ਅਸੀਂ ਕਹਿੰਦੇ ਕਿ ਸਾਨੂੰ ਕਿਸੇ ਤਜਰਬੇ ਦੀ ਲੋੜ ਨਹੀਂ ਹੈ, ਫਰੈਸ਼ ਆਓ। 18 ਤੋਂ 23 ਸਾਲ ਸਾਡਾ ਇੱਕ ਏਜ ਬੈਂਡ ਹੈ, 18 ਤੋਂ 23 ਸਾਲ। ਇਸ ਏਜ ਦੇ ਵਿੱਚ ਸਾਡੇ ਕੋਲ ਤੁਸੀਂ ਆਓ, ਕੋਈ ਸਾਨੂੰ ਤੁਹਾਡੇ ਤਜਰਬੇ ਦੀ ਲੋੜ ਨਹੀਂ ਹੈ। ਤਜਰਬਾ ਅਸੀਂ ਦੇਵਾਂਗੇ, ਪੈਸਾ ਅਸੀਂ ਦੇਵਾਂਗੇ, ਐਜੂਕੇਸ਼ਨ ਅਸੀਂ ਦੇਵਾਂਗੇ। ਤੁਸੀਂ ਆਪਣੇ ਆਪ ਨੂੰ ਸਮਰਪਣ ਕਰ ਦਿਓ। ਮੈਂ ਕਹਿੰਦਾ ਹੁੰਦਾ ਕਿ ਤੁਸੀਂ ਲਿਖ ਕੇ ਦੇ ਦਿਓ ਕਿ ਮੈਂ ਬਿਜ਼ਨਸ ਦਾ ਡਿਸਿਪਲਿਨ ਭੰਗ ਨਹੀਂ ਕਰੂੰਗਾ। ਮੈਂ ਕਹਿੰਦਾ ਮੈਂ ਲਿਖ ਕੇ ਦਿੰਦਾ ਕਿ ਕਾਮਯਾਬੀ ਤੈਨੂੰ ਮਿਲੂਗੀ। ਸਾਨੂੰ ਲੋਕ ਦੇਖਦੇ ਨੇ, ਸੂਟ ਬੂਟ 'ਚ ਦੇਖਦੇ ਨੇ, ਮਹਿੰਗੀਆਂ ਗੱਡੀਆਂ ਦੇਖਦੇ ਨੇ, ਕਰੋੜਾਂ ਦਾ ਟਰਨਓਵਰ ਦੇਖਦੇ ਨੇ, ਪਰ ਇਹ ਵੀ ਗੱਲ ਸੱਚਾਈ ਹੈ ਕਿ ਇੱਕ ਸਮਾਂ ਵੀ ਇੱਦਾਂ ਦਾ ਸੀਗਾ, ਡੋਰ ਟੂ ਡੋਰ ਘੁੰਮਣਾ, ਬੂਟ ਪਾਟੇ ਹੋਣੇ, ਸ਼ਾਮੀ ਰੋਜ਼ ਗੰਢਾਉਣੇ ਪੈਂਦੇ ਸੀ। ਸਮਾਂ ਇੱਦਾਂ ਦਾ ਵੀ ਆਇਆ ਕਿ ਕਈ ਵਾਰੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ, ਪਰ ਤੋੜਿਆ ਨਹੀਂ ਕਿਸੇ ਚੀਜ਼। ਤੋੜਿਆ ਇਸ ਕਰਕੇ ਨਹੀਂ ਕਿ ਨਿਸ਼ਾਨਾ ਸੀ ਕਿ ਵਾਪਸ ਘਰ ਨਹੀਂ ਜਾਣਾ, ਕਾਮਯਾਬ ਹੋ ਕੇ ਹੀ ਵਾਪਸ ਜਾਣਾ। ਕਿਉਂਕਿ ਜਦੋਂ ਅਸੀਂ ਕੋਈ ਰਸਤਾ ਖੁੱਲ੍ਹਾ ਰੱਖਦੇ ਹਾਂ, ਜੇ ਆਹ ਨਹੀਂ ਹੋਇਆ ਆਹ ਕਰ ਲਾਂਗੇ, ਜਿਵੇਂ ਆਪਾਂ ਗੱਲ ਕਰਦੇ ਸੀ ਏ ਪਲਾਨ, ਬੀ ਪਲਾਨ। ਹਾਂਜੀ, ਬੀ ਪਲਾਨ ਤੁਹਾਨੂੰ ਮਰਵਾਊਗਾ। ਇਹ ਭਰਮ ਫੈਲਾਇਆ ਗਿਆ ਕਿ ਜੱਟ ਬਿਜ਼ਨਸ ਨਹੀਂ ਕਰ ਸਕਦੇ। ਮੈਂ ਕਹਿੰਦਾ ਕਿ ਜੱਟ ਜ਼ਿਆਦਾ ਵਧੀਆ ਬਿਜ਼ਨਸ ਕਰ ਸਕਦੇ, ਕਿਉਂਕਿ ਬਿਜ਼ਨਸ ਦੇ ਤੌਰ 'ਤੇ ਅਕਸਰ ਤੁਸੀਂ ਜਿੰਨੀਆਂ ਸਟੋਰੀਜ਼ ਪੜ੍ਹੋਗੇ ਉਹ ਕਹਿਣਗੇ ਬੰਦਾ ਰਿਸਕ ਟੇਕਿੰਗ ਹੋਣਾ ਚਾਹੀਦਾ, ਹੌਸਲੇ ਵਾਲਾ ਹੋਣਾ ਚਾਹੀਦਾ। ਔਰ ਜੱਟਾਂ ਦੇ ਮੁੰਡਿਆਂ ਤੋਂ ਵੱਧ ਹੌਸਲਾ ਕਿਹਦੇ 'ਚ ਹੋ ਸਕਦਾ? ਅਸੀਂ ਫਸਲ ਬੀਜਦੇ ਹਾਂ, ਸਾਰੀ ਮਿਹਨਤ ਕਰਦੇ ਹਾਂ, 6 ਮਹੀਨਿਆਂ ਬਾਅਦ ਹੋਣੀ ਕਿ ਨਹੀਂ ਹੋਣੀ, ਇਹ ਹੌਸਲਾ ਹੀ ਹੈ। ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਜਿਹੜੇ ਬਾਈ ਹੋਰਾਂ ਨਾਲ ਕੰਮ ਕਰਦੇ ਅੱਜ ਉਹ ਵੀ ਗੱਡੀਆਂ 'ਚ ਘੁੰਮ ਰਹੇ ਆ, ਉਹਨਾਂ ਦਾ ਲਾਈਫ ਸਟਾਈਲ ਵੀ ਇੱਕਦਮ ਚੇਂਜ। ਬਈ ਇਹ ਕਿਵੇਂ? ਕਿਉਂਕਿ ਇੱਕ ਮਾਲਕ ਆਪਾਂ ਦੇਖਦੇ ਕਿ ਬਹੁਤ ਸਾਰੇ ਕੰਪਨੀਆਂ ਦੇਖੀਆਂ ਕਿ ਮਾਲਕ ਵੱਧ ਰਿਹਾ ਹੈ, ਉਹਦੀ ਕੰਪਨੀ ਵੱਧ ਰਹੀ ਹੈ, ਪਰ ਉਹਦੇ ਨਾਲ ਕੰਮ ਕਰਨ ਵਾਲੇ ਵਿਚਾਰੇ ਉਹੀ ਧੱਕੇ ਖਾ ਰਹੇ ਨੇ, ਹੜਤਾਲ ਕਰ ਰਹੇ ਨੇ। ਪੈਸਾ ਤਾਂ ਰੱਬ ਨੇ ਇੰਨਾ ਕੁ ਦੇਤਾ ਜਿੰਨਾ ਕਿ ਮੈਂ ਸ਼ਾਇਦ ਸਾਲ 'ਚ ਸੋਚਦਾ ਸੀ ਮੈਂ ਸ਼ਾਇਦ ਇੱਕ ਦਿਨ 'ਚ ਵੀ ਕਮਾ ਲੈਂਦਾ ਹਾਂ। ਪਰ ਉਹ ਚੀਜ਼ ਜੋ ਹੁਣ ਇੱਕ ਥਾਟ ਹੈ ਕਿ ਜੀਵਨ ਬਦਲਣਾ ਔਰ ਇੱਕ ਸਮਾਜ ਦੇ ਵਿੱਚ ਇੱਕ ਨਾਮ ਬਣਾਉਣਾ, ਕਿ ਬੰਦਾ ਯਾਦ ਰੱਖੇ ਕਿ ਜੇ ਅਸੀਂ ਕੁਛ ਚਾਹੇ ਕਿੰਨੇ ਲੋਕਾਂ ਨੂੰ ਵੀ ਅਸੀਂ ਕਰ ਸਕੀਏ, ਉਹਦਾ ਜੀਵਨ ਪੱਧਰ ਉੱਪਰ ਚੱਕ ਸਕੀਏ। ਸਤਿ ਸ੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਤੇ ਮੈਂ ਆ ਕਰਨ। ਕਰਜ਼ੇ ਨੇ ਇੱਕ ਕਿਸਾਨ ਨੂੰ ਕਰੋੜਾਪਤੀ ਬਣਾਤਾ। ਇਹ ਸੱਚ ਹੈ ਤੇ ਤੁਹਾਨੂੰ ਯਕੀਨ ਕਰਨਾ ਪਊ, ਕਿਉਂਕਿ ਕਹਾਣੀ ਦੇ ਮੁੱਖ ਪਾਤਰ ਸੁਖਜੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ। ਗੱਲਾਂ ਬਾਤਾਂ ਕਰਾਂਗੇ ਕਿਉਂਕਿ ਕਰਜ਼ਾ ਪੰਜਾਬ ਦੇ ਵਿੱਚ ਅੱਜ ਵੱਡੀ ਸਮੱਸਿਆ ਬਣਿਆ ਪਿਆ ਹੈ। ਲੋਕ ਆਪਣੀਆਂ ਜਾਨਾਂ ਗਵਾ ਰਹੇ ਨੇ, ਪਰ ਕਿਵੇਂ ਇਸ ਨੂੰ ਆਪਣੇ ਵੱਡੀ ਕਾਮਯਾਬੀ 'ਚ ਤਬਦੀਲ ਕੀਤਾ ਜਾਵੇ, ਇਹਨਾਂ ਦੀ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ। ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਅੱਖਰ ਤੇ ਸਵਾਗਤ। ਥੈਂਕ ਯੂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅੱਖਰ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਔਰ ਥੈਂਕ ਯੂ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਆਪਣੇ ਜੋ ਵਿਚਾਰ ਆ ਸ਼ੇਅਰ ਕਰਨ ਦਾ। ਅੱਛਾ ਸਰ, ਬੜਾ ਮਸ਼ਹੂਰ ਗੀਤ ਹੈਗਾ ਇੱਕ ਵੀ, ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਜੀ। ਅੱਜ ਪੁਖਰਾਜ ਦੀ ਗੁੱਡੀ ਪੂਰੀ ਚੜ੍ਹੀ ਹੋਏਗੀ, ਕਿੰਨੇ ਕੁ ਤੁਣਕੇ ਮਾਰਨੇ ਪੈ ਗਏ? ਸ਼ੁਰੂਆਤ ਤੋਂ ਸ਼ੁਰੂ ਕਰੋ ਵੀ ਪਹਿਲਾ ਤੁਣਕਾ ਕਦੋਂ ਮਾਰਿਆ ਸੀਗਾ, ਜਾਂ ਫਿਰ ਕੀ ਹਾਲਾਤ ਸੀ ਉਸ ਵਕਤ? ਜਦੋਂ ਕਰਜ਼ੇ ਦੀ ਗੱਲ ਕਰਦੇ ਹੈਗੇ ਜੀ ਤਾਂ ਇੱਕਦਮ ਕੰਨ ਖੜੇ ਹੋ ਜਾਂਦੇ ਪੂਰੇ ਪੰਜਾਬ ਦੇ। ਤੁਣਕੇ ਇੱਦਾਂ ਹੈ ਕਿ ਕਈ ਵਾਰੀ ਤੁਣਕੇ ਵਾਰ ਕੇ ਵੀ ਗੁੱਡੀ ਨਹੀਂ ਚੜ੍ਹਦੀ, ਬਹੁਤ ਵਾਰੀ ਗੁੱਡੀ ਬੋ ਵੀ ਹੁੰਦੀ ਹੈ। ਤੇ ਤੁਣਕੇ ਤਾਂ ਸਾਨੂੰ ਮਾਰਨਾ ਇਹ ਵਾਰ-ਵਾਰ ਪੈਂਦੇ ਆ, ਇਹ ਤਾਂ ਕੁਦਰਤ ਦਾ ਨਿਯਮ ਹੈ ਜੀ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕਿਉਂ ਹੋਇਆ ਕਰਜ਼ੇ ਦੀ, ਤੁਸੀਂ ਗੱਲ ਕਰ ਰਹੇ ਹੋ, ਤਾਂ ਬਹੁਤ ਸਾਰੇ ਲੋਕ ਅਸੀਂ ਸੋਚਦੇ ਹਾਂ ਕਿ ਕਰਜ਼ਾ ਹੋ ਗਿਆ, ਬਹੁਤ ਵੱਡੀ ਸਮੱਸਿਆ ਹੋ ਗਈ, ਪਰ ਇੱਕ ਟਾਈਮ ਹੈ ਜੀ। ਪਰ ਅੱਜ ਮੈਨੂੰ ਲੱਗਦਾ ਹੈ ਕਿ ਉਹ ਸਮੱਸਿਆ ਦੇ ਵਿੱਚ ਹੀ ਹੱਲ ਸੀਗਾ। ਉਹ ਸਮੱਸਿਆ ਨੇ ਹੀ ਮੇਰਾ ਜੀਵਨ ਬਦਲਿਆ। ਤਾਂ ਮੈਂ ਆਮ ਤੌਰ 'ਤੇ ਮੰਨਦਾ ਕਿ ਜੇ ਤੁਹਾਨੂੰ ਸਮੱਸਿਆ ਆਉਂਦੀਆਂ ਨਾ, ਤਾਂ ਮੈਂ ਸਮਝਦਾ ਕਿ ਆਸ਼ੀਰਵਾਦ ਆ ਰੱਬ ਦਾ ਤੁਹਾਡੇ ਉੱਤੇ, ਜੇ ਤੁਹਾਨੂੰ ਸਮੱਸਿਆ ਆਈ ਹੈ। ਕਿਉਂਕਿ ਜਦੋਂ ਸਮੱਸਿਆ ਦੇ ਵਿੱਚੋਂ ਤੁਸੀਂ ਨਿਕਲਦੇ ਹੋ, ਉਹਦੇ ਨਾਲ ਲੜਦੇ ਹੋ, ਤਾਂ ਤੁਹਾਡੇ 'ਚ ਨਿਖਾਰ ਆਉਂਦਾ ਜੀ, ਤੁਹਾਡੇ 'ਚ ਆਤਮ ਵਿਸ਼ਵਾਸ ਵੱਧਦਾ, ਜਿਹੜਾ ਤੁਹਾਨੂੰ ਪ੍ਰੇਰਿਤ ਕਰਦਾ ਹੋਰ ਅੱਗੇ ਵਧਣ ਵਾਸਤੇ। ਤਾਂ ਸਮੱਸਿਆ ਇੱਕ ਅਲਾਰਮ ਹੈ ਰੱਬ ਦਾ ਕਿ ਉੱਠ ਤੇ ਕੁਛ ਕਰ। ਬਾਰੀ ਖੋਲ ਚਿੱਕਾਂ ਚੱਕ ਅਸਮਾਨਾਂ ਵੱਲ ਤੱਕ, ਲੈ ਲੈ ਰੋਸ਼ਨੀ ਤੋਂ ਹੱਕ ਹਾਕਾਂ ਮਾਰ ਮਾਰ ਕੇ, ਹੈ ਬਿਲਕੁਲ ਰੋਸ਼ਨੀ ਤੋਂ ਹੱਕ ਲਿਆ। ਬਾਈ ਜੀ, ਕਹਾਣੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈਗੀ? ਕਿਉਂਕਿ ਜਿਹੜੀ ਉਮਰ 'ਚ ਤੁਸੀਂ ਇੱਕ ਕਰਜ਼ੇ ਨੂੰ ਮਹਿਸੂਸ ਕਰਨ ਲੱਗ ਪਏ, ਉਸ ਉਮਰ ਦੇ ਵਿੱਚ ਤਾਂ ਆਮ ਤੌਰ ਤੇ ਖੇਡ ਰਹੇ ਹੁੰਦੇ, ਅਸੀਂ ਪੜ੍ਹ ਰਹੇ ਹੁੰਦੇ। ਬਿਲਕੁਲ 16-17 ਸਾਲ ਦੀ ਉਮਰ ਹੋਣੀ ਮੇਰੀ। ਹਾਂਜੀ। ਤੇ ਕੋਈ ਪੰਜਾਬ ਦੇ ਵਿੱਚ ਥੋੜਾ ਦੌਰ ਇਸ ਤਰ੍ਹਾਂ ਦਾ ਸੀਗਾ ਜਦੋਂ ਜੀ, ਤਾਂ ਜਿਹਦੇ ਕਰਕੇ ਸਾਡੇ ਪਰਿਵਾਰ ਦਾ ਉਦੋਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ, ਸਾਡਾ ਵੀ ਥੋੜਾ ਮਾਲੀ ਨੁਕਸਾਨ ਹੋਇਆ, ਉਹਦੇ ਕਰਕੇ ਕਰਜ਼ਾ ਹੋ ਗਿਆ। ਹੁਣ ਕਰਜ਼ਾ ਜਦੋਂ ਹੋ ਜਾਂਦਾ ਤੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਸਿੱਧੀਆਂ ਗੱਲਾਂ ਕਰ ਲੈਂਦੇ ਆ ਘਰਾਂ ਦੇ ਵਿੱਚ,
ਹੋਰ ਧਿਆਨ ਘੱਟ ਰੱਖਦੇ ਕਿ ਬੱਚੇ ਵੀ ਸੁਣ ਰਹੇ ਇਹਨਾਂ ਗੱਲਾਂ ਨੂੰ, ਤਾਂ ਅਸੀਂ ਸੁਣਦੇ ਰਹਿੰਦੇ ਸੀ ਕਿ ਇਸ ਵਾਰੀ ਕਿੰਨਾ ਹੋ ਗਿਆ, ਆੜਤੀਏ ਦੇ ਇੰਨੇ ਪੈਸੇ ਹੋਰ ਹੋ ਗਏ, ਫਸਲ ਇੰਨੇ ਦੀ ਹੋਈ, ਇੰਨਾ ਵਿਆਜ ਬਣ ਗਿਆ, ਇੰਨਾ ਉਹ ਖਰਚ ਹੋ ਗਿਆ, ਆ ਕੋਈ ਟਰੈਕਟਰ ਦੀ ਕਿਸ਼ਤ ਚਲੀ ਗਈ। ਤਾਂ ਉਹ ਕੁੱਲ ਮਿਲਾ ਕੇ ਕੀ ਹੁੰਦਾ ਸੀ ਕਿ ਮੂਲ ਤਾਂ ਕੀ ਉਤਰਨਾ, ਮੂਲ ਦੇ ਵਿੱਚ ਹੋਰ ਕੁਛ ਨਾ ਕੁਛ ਜੁੜੀ ਜਾਂਦਾ ਸੀ ਜੀ। ਤਾਂ ਥੋੜ੍ਹੀ ਸਮਝ 16-17 ਸਾਲ ਦੀ ਉਮਰ 'ਚ ਆ ਤਾਂ ਜਾਂਦੀ ਹੈ ਬੱਚੇ ਨੂੰ, ਹੈ ਨਾ, ਬਾਹਰ ਆਪਾਂ ਤੁਰਦੇ ਫਿਰਦੇ ਹਾਂ ਜੀ। ਤਾਂ ਇਹ ਦੇਖਦਾ ਸੀ ਕਿ ਕਰਜ਼ਾ ਤਾਂ ਵਧੀ ਜਾ ਰਿਹਾ, ਪਰ ਇਹ ਕਰਜ਼ਾ ਉਤਰੂਗਾ ਕਿਵੇਂ? ਇੱਕ ਤਾਂ ਹੁੰਦਾ ਕਿ ਸਾਡੇ ਫਸਲ ਘੱਟ ਹੋ ਰਹੀ ਹੈ, ਚਲੋ ਅਗਲੀ ਵਾਰ ਫਸਲ ਜ਼ਿਆਦਾ ਹੋ ਜਾਊਗੀ ਤਾਂ ਕਰਜ਼ਾ ਉਤਰ ਜਾਊਗਾ, ਪਰ ਫਸਲ ਤਾਂ ਪਹਿਲਾਂ ਹੀ ਬਹੁਤ ਹੋ ਰਹੀ ਹੈ, ਜ਼ਮੀਨ ਤਾਂ ਵਧਣ ਹੋ ਰਹੀ, ਤਾਂ ਇਹ ਕਰਜ਼ਾ ਤਾਂ ਉਤਰੂ ਜੇ ਘਰ 'ਚ ਬਾਹਰੋਂ ਪੈਸਾ ਆਊਗਾ ਜੀ। ਇਹ ਹੁਣ ਮੈਂ 10ਵੀਂ 'ਚ ਪੜ੍ਹਦਾ ਹੀ ਇਹ ਸੋਚਣ ਲੱਗ ਗਿਆ, ਪਰ ਹੁਣ ਬਾਹਰੋਂ ਪੈਸਾ ਆਊਗਾ ਕਿੱਥੋਂ, ਕੋਈ ਆਈਡੀਆ ਨਹੀਂ ਹੈ, ਕੁਛ ਨਹੀਂ ਹੈ। ਚੱਲੀ ਜਾ ਰਿਹਾ ਸੀਗਾ ਉਹ 10ਵੀਂ 11ਵੀਂ 12ਵੀਂ ਫਸਟ ਈਅਰ ਜੀ, ਤਾਂ ਉਹ ਇੱਕ ਲੇਕਿਨ ਦਿਮਾਗ ਦੇ ਵਿੱਚ ਹਮੇਸ਼ਾ ਚੀਜ਼ ਘੁੰਮਦੀ ਰਹਿੰਦੀ ਸੀ। ਤਾਂ ਜਦੋਂ ਕਹਿੰਦੇ ਕਿ ਤੁਸੀਂ ਕਿਸੇ ਚੀਜ਼ ਬਾਰੇ ਸੋਚਦੇ ਰਹਿੰਦੇ ਹੋ, ਹੱਲ ਤੁਹਾਨੂੰ ਮਿਲਣੇ ਸਟਾਰਟ ਹੋ ਜਾਂਦੇ ਆ, ਤੁਹਾਨੂੰ ਲੋਕ ਮਿਲਣੇ ਸਟਾਰਟ ਹੋ ਜਾਂਦੇ ਆ ਜੀ, ਪਰ ਹਿੰਮਤ ਅਸੀਂ ਕਰਨੀ ਹੈ। ਮੇਰੇ ਇੱਕ ਦੋਸਤ ਸੀਗੇ, ਉਹਨਾਂ ਨੇ ਇੱਕ ਕੰਪਨੀ ਜੁਆਇਨ ਕੀਤੀ ਹੋਈ ਸੀ, ਮਾਘੀ ਦਾ ਮੇਲਾ ਸੀ ਮੁਕਤਸਰ, ਤਾਂ ਅਸੀਂ ਵੀ, ਮੈਂ ਗਵਰਨਮੈਂਟ ਕਾਲਜ ਮੁਕਤਸਰ ਪੜ੍ਹਦਾ ਸੀ, ਅਤੇ ਅਸੀਂ ਉੱਥੇ ਮੇਲੇ 'ਤੇ ਜਾਂਦੇ ਰਹੇ। ਮੇਲੇ 'ਤੇ ਸਟਾਲ ਲੱਗੇ ਹੋਏ ਸੀਗੇ, ਇੱਕ ਸਟਾਲ 'ਤੇ ਅਸੀਂ ਗਏ ਅਤੇ ਉੱਥੇ ਮੇਰਾ ਦੋਸਤ ਖੜਾ ਜੀ, ਅਤੇ ਮੈਂ ਕਿਹਾ ਤੁਸੀਂ? ਕਹਿੰਦਾ ਮੈਂ ਇੱਥੇ ਕੰਮ ਕਰਦਾ। ਤਾਂ ਮੈਂ ਉਹਨੂੰ ਕੁਛ ਨਹੀਂ ਪੁੱਛਿਆ, ਮੈਂ ਕਿਹਾ ਮੈਨੂੰ ਵੀ ਕੰਮ ਦਵਾ ਦੇ। ਕਹਿੰਦੇ ਮਿਲ ਜਾਊਗਾ ਕੰਮ, ਤੁਸੀਂ ਆ ਜਾਓ। ਤਾਂ ਮੈਂ ਘਰ ਜਾ ਕੇ ਗੱਲ ਕੀਤੀ, ਤਾਂ ਘਰ ਦੇ ਮੇਰੇ ਨਹੀਂ ਸੀ ਮੰਨ ਰਹੇ, ਕਿਉਂਕਿ ਮੇਰੇ ਦਾਦਾ ਜੀ ਨੂੰ ਇਹ ਸੀ ਕਿ ਤੁਸੀਂ ਪੜ੍ਹ ਰਹੇ ਹੋ, ਤੁਸੀਂ ਪਹਿਲਾਂ ਪੜ੍ਹੋ, ਪੜ੍ਹਾਈ ਕਰੋ, ਔਰ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਤੁਹਾਨੂੰ ਪਤਾ ਹੈ ਕਿ 2-3 ਨੌਕਰੀਆਂ ਨਾਲ ਦਿਮਾਗ 'ਚ ਹੁੰਦੀਆਂ ਜੀ, ਕਿ ਜਾਂ ਤਾਂ ਪੜ੍ਹ ਲਿਖ ਕੇ ਤੁਸੀਂ ਪੁਲਿਸ ਵਿੱਚ ਭਰਤੀ ਹੋ ਜਾਓ, ਜਾਂ ਸ਼ਾਇਦ ਪਟਵਾਰੀ ਲੱਗ ਜਾਓ, ਜੇ ਕਿਤੇ ਨਾ ਗੱਲ ਬਣੀ ਤਾਂ ਫਿਰ ਫੌਜ ਦੀ ਭਰਤੀ ਦੇਖ ਲਓ। ਇਹ 3 ਕੁ ਸਾਡੇ ਆਈਡੀਅਲ ਲੋਕ ਆ ਜਿੱਥੇ ਸਾਨੂੰ ਲੱਗਦਾ ਕਿ ਸ਼ਾਇਦ ਸਾਨੂੰ ਕੰਮ ਹੋ ਸਕਦਾ। ਪਰ ਮੇਰੇ ਮਨ 'ਚ ਕੀ ਵਿਚਾਰ ਚੱਲਦਾ ਸੀਗਾ, ਮੈਂ ਉਹਨਾਂ ਨੂੰ ਨਹੀਂ ਸੀ ਦੱਸਦਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਉਹ ਕਹਿਣਗੇ ਕਿ ਤੂੰ ਅਜੇ ਕੱਲ੍ਹ ਦਾ ਜਵਾਕ ਆ ਅਤੇ ਤੂੰ ਸੋਚਦਾ ਕਿ ਘਰ ਦਾ ਕਰਜ਼ਾ ਲਾ ਦੂੰਗਾ, ਵੀ ਸਾਡੇ ਤਾਂ ਹਜੇ ਤੱਕ ਕੁਛ ਹੋਇਆ ਨਹੀਂ, ਤਾਂ ਹੈ ਨਾ, ਇਸ ਪਾਸੇ ਨੂੰ ਮਤਲਬ ਐਕਸਪ੍ਰੈਸ ਕਰਨਾ ਆਪਣੀਆਂ ਭਾਵਨਾਵਾਂ, ਉਹ ਮੈਂ ਨਹੀਂ ਸੀ ਦੱਸ ਪਾ ਰਿਹਾ। ਪਰ ਮੈਂ ਜਿੱਦ ਕਰ ਰਿਹਾ ਸੀ ਕਿ ਮੈਂ ਜਾਣਾ। ਪਰ ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਖੀਰ ਮੈਨੂੰ ਇਜਾਜ਼ਤ ਇਹਨਾਂ ਸ਼ਬਦਾਂ ਨਾਲ ਮਿਲੀ ਕਿ ਠੀਕ ਆ, ਜਾਓ, ਜੋ ਧੱਕੇ ਧੁੱਕੇ ਖਾ ਕੇ ਨਾ ਵਾਪਸ ਆ ਜਾਓਗੇ, ਫਿਰ ਪਤਾ ਲੱਗੂਗਾ। ਜੱਟਾਂ ਦੇ ਮੁੰਡਿਆਂ ਦੇ ਵੱਸ ਦੀ ਗੱਲ ਨਹੀਂ ਆ ਨੌਕਰੀਆਂ ਕਰਨੀਆਂ। ਤਾਂ ਇਹ ਗੱਲ ਸੁਣ ਕੇ ਮੈਂ ਕੱਪੜੇ ਆਪਣੇ ਪੈਕ ਕੀਤੇ ਅਤੇ ਲੁਧਿਆਣੇ ਆ ਗਿਆ। ਕੁਛ ਨਹੀਂ ਪੁੱਛਿਆ ਕੀ ਕੰਮ ਹੈ, ਕਿੰਨੇ ਪੈਸੇ ਮਿਲਣਗੇ। ਅੱਜ ਕੱਲ੍ਹ ਦਾ ਯੂਥ ਸਭ ਤੋਂ ਪਹਿਲਾਂ ਇਹ ਪੁੱਛਦਾ ਮੈਨੂੰ ਤਨਖਾਹ ਕਿੰਨੀ ਮਿਲੂਗੀ ਜੀ, ਮੈਨੂੰ ਛੁੱਟੀਆਂ ਕਿੰਨੀਆਂ ਮਿਲਣਗੀਆਂ, ਸਹੂਲਤਾਂ ਕੀ ਕੁਛ ਹੈ, ਸਹੂਲਤਾਂ ਕੀ ਮਿਲਣਗੀਆਂ। ਆਪਦੇ ਆਪ ਨੂੰ ਨਹੀਂ ਦੇਖਦੇ ਕਿ ਮੈਨੂੰ ਆਉਂਦਾ ਕੀ ਹੈ, ਅਤੇ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ ਹੈ। ਮੈਨੂੰ ਤਾਂ ਜੋ ਵੀ ਕੰਮ ਮਿਲੂਗਾ ਮੈਂ ਕਰੂੰਗਾ, ਕਿਉਂਕਿ ਮੈਨੂੰ ਪੈਸਾ ਕਮਾਉਣਾ, ਮੈਂ ਕਰਜ਼ਾ ਉਤਾਰਨਾ ਜੀ। ਮੇਰਾ ਫੋਕਸ ਤਾਂ ਇਹ ਹੈ, ਮੇਰਾ ਫੋਕਸ ਇਹ ਹੈ ਹੀ ਨਹੀਂ ਕਿ ਮੈਂ ਕੰਮ ਕੀ ਕਰਨਾ। ਜਿਵੇਂ ਹੁਣ ਬੱਚੇ ਬਾਹਰ ਜਾਂਦੇ ਆ, ਤਾਂ ਬਾਹਰ ਜਾਣ ਲੱਗੇ ਇਹ ਥੋੜ੍ਹਾ ਪੁੱਛਦੇ ਉੱਥੇ ਸਾਨੂੰ ਟੋਇਲਟ ਸਾਫ਼ ਕਰਨੇ ਪੈਣਗੇ, ਜਾਂ ਏਅਰਪੋਰਟ 'ਤੇ ਸਫਾਈਆਂ ਕਰਨੀਆਂ ਪੈਣਗੀਆਂ, ਕਾਰਾਂ ਧੋਣੀਆਂ ਪੈਣੀਆਂ, ਕੀ ਕਰਨਾ ਪਊਗਾ ਜੀ। ਉਹ ਕਹਿੰਦੇ ਜੀ ਬਾਹਰ ਜਾਣਾ, ਬਾਹਰ ਜਾ ਕੇ ਜਿਹੜੇ ਅਸੀਂ ਪੈਸੇ ਲਾ ਕੇ ਗਏ ਉਹ ਪੈਸੇ ਇਕੱਠੇ ਕਰਨੇ ਆ ਅਤੇ ਘਰਦਿਆਂ ਨੂੰ ਵਾਪਸ ਕਰਨੇ, ਹੈ ਨਾ। ਉਹਨਾਂ ਦਾ ਫੋਕਸ ਇਸੇ ਕਰਕੇ ਅਸੀਂ ਕਹਿੰਦੇ ਕਿ ਬਾਹਰ ਜਾ ਕੇ ਸਾਰੇ ਕੰਮ ਕਿਉਂ ਕਰ ਲੈਂਦੇ ਆ, ਕਿਸੇ ਵੀ ਕੰਮ ਨੂੰ ਕਿਉਂ ਨਹੀਂ ਦੇਖਦੇ ਕਿ ਮੈਂ ਆਹ ਨਹੀਂ ਕਰਨਾ, ਕਿਉਂਕਿ ਉੱਥੇ ਉਹਨਾਂ ਨੂੰ ਦਿਸਦਾ ਕਿ ਮੈਂ ਪੈਸਾ ਕਮਾਉਣਾ ਜੀ। ਅਤੇ ਜੇ ਸਾਨੂੰ ਇੱਥੇ ਵੀ ਇਹ ਚੀਜ਼ ਦਿਸਣ ਲੱਗ ਜੇ ਕਿ ਮੈਂ ਪੈਸਾ ਕਮਾਉਣਾ, ਮੈਂ ਅੱਗੇ ਵਧਣਾ, ਜਾਂ ਮੈਂ ਆਪਣੇ ਘਰਦਿਆਂ ਦਾ ਲੈਵਲ ਉੱਪਰ ਚੱਕਣਾ, ਆਪਣਾ ਲਾਈਫ ਸਟਾਈਲ ਨੂੰ ਉੱਪਰ ਚੱਕਣਾ, ਤਾਂ ਇੱਥੇ ਵੀ ਸਾਨੂੰ ਕਿਸੇ ਵੀ ਕੰਮ ਕਰਨ ਲੱਗਿਆਂ ਕੋਈ ਸ਼ਰਮ ਨਹੀਂ ਆਊਗੀ। ਤਾਂ ਉਹ ਚੀਜ਼ ਦਿਮਾਗ 'ਚ ਲੈ ਕੇ ਜਦੋਂ ਮੈਂ ਲੁਧਿਆਣੇ ਪਹੁੰਚਿਆ, ਤਾਂ ਉੱਥੇ ਪਤਾ ਲੱਗਿਆ ਕਿ ਕੰਮ ਕੀ ਹੈ। ਕੰਮ ਸੀਗਾ ਡੋਰ ਟੂ ਡੋਰ ਜਾ ਕੇ ਸੇਲਸ ਕਰਨਾ, ਔਰ ਮੇਰੇ ਲਈ ਤਾਂ ਬਿਲਕੁਲ ਅਦਭੁਤ ਗੱਲ ਸੀ, ਕਿਉਂਕਿ ਮੈਂ ਤਾਂ ਸ਼ਾਇਦ ਕਦੇ ਘਰ ਦਾ ਸਮਾਨ ਵੀ ਦੁਕਾਨ ਤੋਂ ਲੈਣ ਨਹੀਂ ਸੀ ਗਿਆ। ਅਤੇ ਬਟ ਦੂਸਰੀ ਚੀਜ਼ ਜਿਹੜੀ ਚੇਟਕ ਦਿੰਦੀ ਸੀ ਕਿ ਕੁਛ ਕਰਨਾ ਜੀ, ਤਾਂ ਉਹ ਕੰਮ ਕਰਨਾ ਸਟਾਰਟ ਕੀਤਾ। ਜਦੋਂ ਇਹ ਲੱਗਿਆ ਕਿ ਮੈਂ ਕੁਛ ਸਿੱਖ ਰਿਹਾ, ਮੈਂ ਕੁਛ ਅੱਗੇ ਵਧ ਰਿਹਾ, ਤਾਂ ਬਾਈ ਚਾਂਸ ਉਹ ਜਿਹੜੀ ਕੰਪਨੀ ਸੀ, ਜਿਹੜਾ ਉਹਦਾ ਮਾਲਕ ਸੀਗਾ ਜੀ, ਉਹ ਨਾਗਪੁਰ ਦਾ ਸੀਗਾ ਜੀ। ਉਹਨਾਂ ਦੇ ਕੋਈ ਕਨਫਲਿਕਟ ਆਪਣੀ ਵਾਈਫ ਨਾਲ ਹੋਏ ਜੀ, ਉਹਨਾਂ ਦਾ ਕਾਫੀ ਕੋਈ ਝਗੜਾ ਹੋਇਆ, ਉਹ ਬਿਜ਼ਨਸ ਬੰਦ ਕਰਕੇ ਵਾਪਸ ਚਲੇ ਗਏ। ਅਸੀਂ ਰੋਡ 'ਤੇ ਆ ਗਏ, ਹੁਣ ਨਾ ਕੋਈ ਰਹਿਣ ਨੂੰ ਥਾਂ ਜੀ, ਨਾ ਕੋਈ ਕੰਮ ਜੀ, ਕਿ ਕੀ ਕਰਾਂਗੇ। ਤਾਂ ਅਸੀਂ 3 ਦੋਸਤ ਸੀਗੇ, ਕਾਫੀ ਜਾਣੇ ਉੱਥੇ ਮੁੰਡੇ ਹੋਰ ਵੀ ਕੰਮ ਕਰਦੇ ਸੀ, ਲੇਕਿਨ ਸਭ ਨੇ ਆਪਣਾ ਆਪਣਾ ਸਮਾਨ ਪੈਕ ਕੀਤਾ, ਘਰਾਂ ਨੂੰ ਚਲੇ ਗਏ। ਪਰ ਮੇਰੇ ਉਹ ਸ਼ਬਦ ਕੰਨਾਂ 'ਚ ਵੱਜ ਰਹੇ ਸੀ ਕਿ 4 ਦਿਨ ਧੱਕੇ ਖਾ ਕੇ ਵਾਪਸ ਆ ਜਾਏਗਾ। ਉਹ ਮੈਨੂੰ ਸ਼ਬਦ ਵਾਪਸ ਨਹੀਂ ਸੀ ਜਾਣ ਦਿੰਦੇ ਕਿ ਮੈਂ ਵਾਪਸ ਤਾਂ ਜਾਣਾ ਨਹੀਂ। ਤਾਂ ਅਸੀਂ 3 ਦੋਸਤ ਸੀਗੇ, ਸੋਚਿਆ ਕਿ ਆਪਾਂ ਕੁਛ ਕਰੀਏ। ਪਹਿਲੀ ਰਾਤ ਜਗਰਾਓਂ ਲੁਧਿਆਣਾ
ਜਿਹੜਾ ਜਗਰਾਉਂ ਪੁਲ ਹੈਗਾ ਲੁਧਿਆਣਾ, ਉਹਦੇ ਨਾਲ ਹੀ ਖੱਬੇ ਹੱਥ ਇੱਕ ਮੰਦਿਰ ਆ, ਉੱਥੇ ਅਸੀਂ ਧਰਮਸ਼ਾਲਾ ਦੇ ਵਿੱਚ ਰਾਤ ਕੱਟੀ। ਤਾਂ ਫਿਰ ਸੋਚਿਆ ਕਿ ਆਪਾਂ ਕੁਝ ਕਰੀਏ। ਫਿਰ ਅਗਲੀ ਜਿਹੜਾ ਕਾਰਵਾ ਉੱਥੋਂ ਸ਼ੁਰੂ ਹੋਇਆ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੜਾਅ, ਜੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਸਿੰਪਲ ਸ਼ਾਰਟ ਕਿ 5 ਵਾਰੀ ਇਹ ਲੱਗਿਆ ਕਿ ਹੁਣ ਆਪਣਾ ਹੱਥ ਪੈ ਗਿਆ, ਹੁਣ ਆਪਾਂ ਚੜ੍ਹ ਜਾਾਂਗੇ ਗੱਡੀ ਤੇ ਪਹੁੰਚ ਜਾਾਂਗੇ ਮੰਜ਼ਿਲ ਵੱਲ ਜੀ, ਪਰ ਹਰ ਵਾਰੀ ਡਿੱਗਿਆ। 5 ਵਾਰੀ ਡਿੱਗਿਆ ਔਰ 6ਵੀਂ ਵਾਰ ਜਾ ਕੇ ਹੱਥ ਸਹੀ ਤਰ੍ਹਾਂ ਪਿਆ। ਪਰ ਮੇਨ ਇਹ ਸੀਗਾ ਕਿ 5 ਵਾਰ ਫੇਲ ਹੋਣਾ, ਉਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਮੇਰੀਆਂ ਆਪਣੀਆਂ ਨਾਦਾਨੀਆਂ ਹੀ ਹੈ, ਮੇਰੀਆਂ ਆਪਣੀਆਂ ਕਮੀਆਂ ਹੀ ਹੈ। ਮੈਂ ਲੋਕਾਂ ਨੂੰ ਦੋਸ਼ ਨਹੀਂ ਦਿੰਦਾ। ਜੇ ਆਪਾਂ ਕਹੀਏ ਕਿ ਇਹਦੇ ਪਿੱਛੇ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਮੈਂ ਇਹਦੇ ਕਰਕੇ ਫੇਲ ਹੋ ਗਿਆ ਜੀ, ਮੈਨੂੰ ਇਹਨੇ ਧੋਖਾ ਦੇ ਦਿੱਤਾ, ਤਾਂ ਅਸੀਂ ਦੋਸ਼ ਜਦ ਤੱਕ ਲੋਕਾਂ ਨੂੰ ਦਿੰਦੇ ਰਹਿੰਦੇ ਆ ਨਾ, ਅਸੀਂ ਉੱਥੇ ਹੀ ਰਹਿੰਦੇ ਆ। ਦੋਸ਼ ਆਪਣੇ ਆਪ ਨੂੰ ਦਿਓ। ਮੈਂ ਇਹ ਮੰਨਦਾ ਕਿ ਜੇ ਤੁਸੀਂ ਪਿੱਛੇ ਜਾ ਰਹੇ ਹੋ ਤਾਂ ਸ਼ੀਸ਼ਾ ਦੇਖੋ, ਤੁਸੀਂ ਆਪਣੇ ਆਪ ਨਾਲ ਗੱਲ ਕਰੋ ਕਿ ਕਮੀ ਕਿੱਥੇ ਹੈ। ਜੇ ਆਪਣੀਆਂ ਕਮੀਆਂ ਅਸੀਂ ਖੰਗਾਲਾਂਗੇ ਤਾਂ ਹੀ ਅਸੀਂ ਆਪਣੀਆਂ ਕਮੀਆਂ ਦੂਰ ਕਰਾਂਗੇ ਤਾਂ ਉੱਪਰ ਜਾਵਾਂਗੇ। ਲੋਕਾਂ ਦੀਆਂ ਕਮੀਆਂ ਕੱਢਦੇ ਰਾਂਗੇ ਤਾਂ ਅਸੀਂ ਤਾਂ ਉੱਥੇ ਹੀ ਖੜੇ ਰਵਾਂਗੇ। ਬਿਲਕੁਲ। ਅੱਜ ਵੀ ਜਦੋਂ ਨਾ ਕੰਨਾਂ 'ਚ ਪੁਖਰਾਜ ਦਾ ਨਾਂ ਪੈਂਦਾ ਹੈਗਾ, ਇੱਕ ਸਤਿਕਾਰ ਜਿਹਾ ਬਣ ਜਾਂਦਾ ਮਨ ਦੇ ਵਿੱਚ। ਤੁਹਾਨੂੰ ਲੋਕ ਦੇਖਦੇ ਨੇ, ਸੂਟ ਬੂਟ 'ਚ ਦੇਖਦੇ ਨੇ, ਮਹਿੰਗੀਆਂ ਗੱਡੀਆਂ ਦੇਖਦੇ ਨੇ, ਕਰੋੜਾਂ ਦਾ ਟਰਨਓਵਰ ਦੇਖਦੇ ਨੇ, ਪਰ ਇਹ ਵੀ ਗੱਲ ਸੱਚਾਈ ਹੈ ਕਿ ਇੱਕ ਸਮਾਂ ਵੀ ਇੱਦਾਂ ਦਾ ਸੀਗਾ, ਡੋਰ ਟੂ ਡੋਰ ਘੁੰਮਣਾ, ਬੂਟ ਪਾਟੇ ਹੋਣੇ, ਸ਼ਾਮੀ ਰੋਜ਼ ਗੰਢਾਉਣੇ ਪੈਂਦੇ ਸੀ ਜੀ। ਬਿਲਕੁਲ। ਇਹ ਲੁਧਿਆਣੇ ਦੀ ਗੱਲ ਹੈ ਕਿ ਮੈਨੂੰ ਸ਼ੁਰੂ ਤੋਂ ਇੱਕ ਆਦਤ ਹੈ ਕਿ ਸ਼ੂਜ਼ ਮੈਨੂੰ ਜਿਹੜੇ ਕੰਫਰਟੇਬਲ ਲੱਗਦੇ ਮੈਂ ਉਹੀ ਪਾਉਣਾ। ਕਈ ਵਾਰੀ ਮੈਨੂੰ ਸਾਲ 2-2 ਸਾਲ ਸ਼ੂਜ਼ ਵੀ ਨਾ ਆਪਣੀ ਮਰਜ਼ੀ ਦੇ ਮਿਲਣ ਤਾਂ ਮੈਂ ਸ਼ੂਜ਼ ਲੈਂਦਾ ਨਹੀਂ ਹੈ ਜੀ। ਤਾਂ ਕੁਦਰਤੀ ਮੇਰੇ ਸ਼ੂਜ਼ ਮੈਨੂੰ ਇੱਦਾਂ ਸੀ ਕਿ ਕੰਫਰਟੇਬਲ ਲੱਗਦੇ ਸੀ, ਤਾਂ ਟੁੱਟ ਜਾਂਦੇ ਸੀਗੇ। ਤਾਂ ਲੁਧਿਆਣੇ ਬੱਸ ਸਟੈਂਡ 'ਤੇ ਬਹੁਤ ਮੋਚੀ ਬੈਠੇ ਹੁੰਦੇ ਆ ਜੀ, ਤਾਂ ਇੱਕ ਹੀ ਮੋਚੀ ਸੀਗਾ ਸਾਡਾ, ਉੱਥੋਂ ਗਣਾਉਂਦੇ ਸੀਗੇ। ਤਾਂ ਮੈਨੂੰ ਕਹਿੰਦਾ ਕਿ ਮੋਚੀਆਂ ਨੇ, ਕਈ ਤੁਸੀਂ ਦੇਖਿਆ ਹੋਣਾ, ਉਹਨਾਂ ਨੇ ਬੂਟ ਪੁਰਾਣੇ ਵੀ ਰੱਖੇ ਹੁੰਦੇ ਰਿਪੇਅਰ ਕਰਕੇ, ਕਿ ਜੇ ਤੁਸੀਂ ਆਹ ਲੈਣੇ, ਉਹ ਕਹਿੰਦਾ ਤੁਸੀਂ ਆਹ ਲੈ ਲਓ। ਮੈਂ ਕਿਹਾ ਨਹੀਂ, ਲੈਣੇ ਤਾਂ ਇਹੀ ਹੈ। ਕਹਿੰਦੇ ਵਾਰ-ਵਾਰ ਟੁੱਟ ਰਹੇ। ਮੈਂ ਕੋਈ ਗੱਲ ਨਹੀਂ, ਮੇਰੇ ਬੂਟ ਇਹੀ ਹੈ, ਮੈਂ ਬਦਲਨੇ ਨਹੀਂ ਹੈ। ਤਾਂ ਸਮਾਂ ਇੱਦਾਂ ਦਾ ਵੀ ਆਇਆ ਕਿ ਕਈ ਵਾਰੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ, ਪਰ ਤੋੜਿਆ ਨਹੀਂ ਕਿਸੇ ਚੀਜ਼ ਨੇ। ਤੋੜਿਆ ਇਸ ਕਰਕੇ ਨਹੀਂ ਕਿ ਨਿਸ਼ਾਨਾ ਸੀ ਕਿ ਵਾਪਸ ਘਰ ਨਹੀਂ ਜਾਣਾ, ਕਾਮਯਾਬ ਹੋ ਕੇ ਹੀ ਵਾਪਸ ਜਾਣਾ। ਕਿਉਂਕਿ ਜਦੋਂ ਅਸੀਂ ਕੋਈ ਰਸਤਾ ਖੁੱਲ੍ਹਾ ਰੱਖਦੇ ਹਾਂ ਨਾ, ਜੇ ਆਹ ਨਹੀਂ ਹੋਇਆ ਆਹ ਕਰ ਲਾਂਗੇ, ਜਿਵੇਂ ਆਪਾਂ ਗੱਲ ਕਰਦੇ ਸੀ A ਪਲਾਨ B ਪਲਾਨ, ਹਾਂਜੀ, B ਪਲਾਨ ਤੁਹਾਨੂੰ ਮਰਵਾਊਗਾ। ਮੈਂ ਤਾਂ ਇਹ ਮੰਨਦਾ ਕਿ ਤੁਸੀਂ ਪਲਾਨ ਇੱਕੋ ਹੀ ਬਣਾਓ, ਕੰਕਰੀਟ ਬਣਾਓ, ਔਰ ਪੱਕੀ ਸੋਚ ਨਾ ਬਣਾਓ ਕਿ ਹੁਣ ਚੱਲਣਾ ਤੇ ਇਸੇ ਰਸਤੇ ਹੀ ਚੱਲਣਾ। ਮੁਸ਼ਕਲਾਂ ਆਉਂਦੀਆਂ ਤੇ ਆਉਣਗੀਆਂ, ਜਿੰਨੀਆਂ ਮੁਸ਼ਕਲਾਂ ਆਉਣਗੀਆਂ ਤੁਹਾਨੂੰ ਪੱਕਿਆ ਕਰਨੀਆਂ, ਉਹ ਤੁਹਾਨੂੰ ਪੱਕਿਆ ਕਰਨੀਆਂ। ਹਰ ਕੰਮ ਦਾ ਇੱਕ ਅਸੂਲ ਆ ਜੀ, ਉਹ ਚਾਹੇ ਬਿਜ਼ਨਸ ਹੈ ਚਾਹੇ ਖੇਤੀ ਹੈ। ਜੇ ਅਸੀਂ ਖੇਤੀ ਦੇ ਢੰਗ ਨਾਲ ਕਰਾਂਗੇ ਤਾਂ ਸਾਰੇ ਹੀ ਫਲ ਮਿਲਣਗੇ ਜੀ, ਤੇ ਜੇ ਅਸੀਂ ਸਰਦੀਆਂ ਵਾਲੀ ਖੇਤੀ ਗਰਮੀ 'ਚ ਕਰਨੀ ਸਟਾਰਟ ਕਰਾਂਗੇ ਤਾਂ ਨਾ ਬੂਟਾ ਉਗਣਾ, ਨਾ ਸਾਨੂੰ ਫਲ ਮਿਲਣਾ। ਤਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਵਾਤਾਵਰਨ ਕੀ ਹੈ, এনवायरमेंट ਮੰਗਦਾ ਕੀ ਹੈ। ਬਿਲਕੁਲ। ਬਿਜ਼ਨਸ ਦੀ ਆਪਣੀ ਇੱਕ ਡਿਮਾਂਡ ਆ, ਉਹ ਸਾਨੂੰ ਪੂਰੀ ਕਰਨੀ ਪੈਂਦੀ, ਉਹ ਕੰਮ ਚੱਲਦਾ। ਕੰਮ ਕੋਈ ਫੇਲ ਨਹੀਂ ਹੁੰਦਾ। ਜੇ ਆਪਾਂ ਕਹੀਏ ਕਿ ਕਈ ਲੋਕ ਕਹਿੰਦੇ ਜੀ ਮੈਂ ਢਾਬਾ ਖੋਲ੍ਹਿਆ ਜੀ ਫੇਲ ਹੋ ਗਿਆ, ਢਾਬਾ ਨਹੀਂ ਫੇਲ ਹੁੰਦਾ। ਆਪਰੇਸ਼ਨ ਕਿੱਦਾਂ ਦੇ ਸੀ, ਲੋਕੇਸ਼ਨ ਕਿੱਦਾਂ ਦੀ ਸੀ, ਸਰਵਿਸ ਕੀ ਸੀ, ਉਹਦੇ ਤੇ ਚੀਜ਼ਾਂ ਚੱਲਦੀਆਂ। ਜੇ ਢਾਬਾ ਫੇਲ ਹੋ ਤਾਂ ਫਿਰ ਤਾਂ ਕੋਈ ਢਾਬਾ ਹੀ ਨਾ ਚੱਲੇ ਨਾ ਜੀ, ਹੈ ਨਾ। ਤਾਂ ਇਹ ਚੀਜ਼ਾਂ ਹੈ ਕਿ ਤੁਸੀਂ ਖੂਨ ਦੇਣਾ ਪੈਂਦਾ। ਮੈਂ ਇਹ ਸਮਝਦਾ, ਲੋਕ ਕਹਿੰਦੇ ਮੈਂ ਪਸੀਨਾ ਵਹਾਇਆ, ਮੈਂ ਕਹਿੰਦਾ ਖੂਨ ਵਹਾਉਣਾ ਪੈਂਦਾ ਜੇ ਤੁਸੀਂ ਕਾਮਯਾਬੀ ਲੈਣੀ ਹੈ। ਸੌਖੀ ਨਹੀਂ ਬਾਈ ਜੀ। ਮੋਟੇ ਤੌਰ ਤੇ ਫੰਡੇ ਕੀ ਤੁਹਾਨੂੰ ਲੱਗਦਾ ਵੀ ਕਾਮਯਾਬ ਹੋਣ ਦੇ? ਅੱਜ ਦਾ ਯੂਥ ਠੀਕ ਹੈ, ਪੜ੍ਹ ਵੀ ਰਿਹਾ ਹੈ, ਉਹ ਮੋਟੀਵੇਸ਼ਨਲ ਵੀਡੀਓਜ਼ ਵੀ ਦੇਖਦਾ ਹੈ, ਉਹ ਟੁੱਟਦਾ ਵੀ ਹੈ, ਉਹ ਜ਼ਿੰਦਗੀ ਤੋਂ ਹਾਰਦਾ ਵੀ ਹੈਗਾ, ਪਰ ਹਾਰ ਕੇ ਉੱਠਣ ਦੀ ਕਲਾ ਕੀ ਹੈਗੀ? ਕਾਮਯਾਬੀ ਦਾ ਫੰਡਾ ਤੁਸੀਂ ਕੀ ਨਿਚੋੜ ਕੱਢਦੇ? ਇੱਕ ਤਾਂ ਕਾਹਲੀ ਬਹੁਤ ਆ ਲੋਕਾਂ 'ਚ। ਉਹਨੂੰ ਲੱਗਦਾ ਹੈ ਕਿ ਮੈਂ ਬਸ ਆਹ ਜੋ ਦੇਖ ਲਿਆ ਤੇ ਹੁਣ ਮੈਂ ਜਲਦੀ ਇਹਨੂੰ ਹਾਸਲ ਕਰਨਾ। ਪਰ ਇੱਕ ਸਮਾਂ, ਇੱਕ ਸਾਈਕਲ, ਇੱਕ ਚੀਜ਼ ਦਾ, ਤੁਹਾਡੀ ਡੈਡੀਕੇਸ਼ਨ ਕਿੰਨੀ ਹੈ ਜੀ, ਤੇ ਤੁਸੀਂ ਸ਼ਾਰਟਕਟ ਕਿੰਨੇ ਕੁ ਸੋਚਦੇ ਹੋ, ਠੀਕ ਹੈ। ਔਰ ਤੁਹਾਡੇ 'ਚ ਕਾਲਾਪਣ ਜਿਹੜਾ ਉਹ ਸਾਨੂੰ ਮਰਵਾਉਂਦਾ। ਕਾਲਾਪਣ ਨਹੀਂ ਹੋਣਾ ਚਾਹੀਦਾ। ਸਿੱਖੋ ਔਰ ਉਹਦੇ ਤੇ ਮਿਹਨਤ ਕਰੋ ਔਰ ਇਮਾਨਦਾਰ ਰਹੋ। ਔਰ ਮੈਂ ਇਹ ਗੱਲ ਹਮੇਸ਼ਾ ਯਾਦ ਰੱਖਦਾ ਔਰ ਸ਼ੇਅਰ ਵੀ ਕਰਦਾ ਜੀ ਕਿ ਜੇ ਅਸੀਂ ਬਿਜ਼ਨਸ ਕਰਦੇ ਹਾਂ ਤਾਂ ਮੈਂ ਕਹਿੰਦਾ ਕਿ ਸਾਡੀ ਗੱਡੀ ਦੇ 2 ਪਹੀਏ ਆ। ਸਕੂਟਰ ਆ ਮੇਰਾ ਇਹ ਜੀ, ਉਹਦੇ 2 ਪਹੀਏ ਆ। ਇੱਕ ਪਹੀਆ ਮੇਰੇ ਨਾਲ ਕੰਮ ਕਰਨ ਵਾਲੇ ਲੋਕ, ਇੱਕ ਪਹੀਆ ਮੇਰੇ ਗਾਹਕ, ਕਸਟਮਰ। ਜੇ ਦੋਵਾਂ 'ਚ ਇੱਕ ਪਹੀਏ ਨਾਲ ਮੈਂ ਬੇਈਮਾਨੀ ਕਰੂੰਗਾ, ਮੇਰੀ ਗੱਡੀ ਰੁਕ ਜਾਊਗੀ। ਸਭ ਤੋਂ ਪਹਿਲਾਂ ਤੁਹਾਡੀ ਇਮਾਨਦਾਰੀ ਉਹਨਾਂ ਪ੍ਰਤੀ ਹੋਣੀ ਚਾਹੀਦੀ ਹੈ, ਜਿਹੜੇ ਤੁਹਾਡੇ ਯੂਜ਼ਰ ਆ,
ਔਰ ਜਿਹੜੇ ਤੁਹਾਡੇ ਨਾਲ ਲੋਕ ਕੰਮ ਕਰ ਰਹੇ ਆ। ਜੇ ਮੈਂ ਆਪਣੀ ਪਾਕਟ ਵੱਲ ਸੋਚੂੰਗਾ ਮੈਂ ਕਾਮਯਾਬ ਨਹੀਂ ਹੋ ਪਾਊਂਗਾ। ਸਾਨੂੰ ਦੂਸਰੇ ਬਾਰੇ ਸੋਚਣਾ ਪਹਿਲਾਂ। ਇਹ ਤੁਹਾਡਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਾ। ਤੁਸੀਂ ਪੁਖਰਾਜ ਦੇ ਥੱਲੇ ਲਿਖਦੇ ਵੀ ਹੋ ਕਿ ਰਾਈਜ਼ ਟੂਗੇਦਰ। ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ, ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਜਿਹੜੇ ਬਾਈ ਹੋਰਾਂ ਨਾਲ ਕੰਮ ਕਰਦੇ ਅੱਜ ਉਹ ਵੀ ਗੱਡੀਆਂ 'ਚ ਘੁੰਮ ਰਹੇ ਆ, ਉਹਨਾਂ ਦਾ ਲਾਈਫ ਸਟਾਈਲ ਵੀ ਇੱਕਦਮ ਚੇਂਜ। ਬਈ ਇਹ ਕਿਵੇਂ? ਕਿਉਂਕਿ ਇੱਕ ਮਾਲਕ ਆਪਾਂ ਦੇਖਦੇ ਕਿ ਬਹੁਤ ਸਾਰੇ ਕੰਪਨੀਆਂ ਦੇਖੀਆਂ ਕਿ ਮਾਲਕ ਵੱਧ ਰਿਹਾ ਹੈ, ਉਹਦੀ ਕੰਪਨੀ ਵੱਧ ਰਹੀ ਹੈ, ਪਰ ਉਹਦੇ ਨਾਲ ਕੰਮ ਕਰਨ ਵਾਲੇ ਵਿਚਾਰੇ ਉਹੀ ਧੱਕੇ ਖਾ ਰਹੇ ਨੇ, ਹੜਤਾਲ ਕਰ ਰਹੇ ਨੇ। ਪਰ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ, ਉਹਨਾਂ ਦਾ ਲਾਈਫ ਸਟਾਈਲ ਇੰਨਾ ਚੇਂਜ, ਉਹਨਾਂ ਬਾਰੇ ਇੰਨਾ ਸੋਚਦੇ ਕਿ ਤੁਸੀਂ? ਨਹੀਂ, ਅਸੀਂ ਜਿਹੜੀ ਜੀਵਨ ਜਾਂਚ ਨਾਲ ਮੈਂ ਅੱਗੇ ਵਧਿਆ, ਇਹੀ ਜੀਵਨ ਜਾਂਚ ਅਸੀਂ ਲੋਕਾਂ ਨੂੰ ਵੀ ਦਿੰਦੇ ਹਾਂ। ਅਕਸਰ ਲੋਕ ਗੱਲ ਕਰਦੇ ਕਿ ਵਪਾਰ ਆ ਜਿਹੜਾ ਉਹ ਪੈਸੇ ਤੋਂ ਬਿਨਾਂ ਨਹੀਂ ਹੁੰਦਾ, ਪਰ ਮੈਂ ਕਹਿੰਦਾ ਕਿ ਵਪਾਰ ਪੈਸੇ ਨਾਲ ਨਹੀਂ, ਵਪਾਰ ਸਮਝ ਨਾਲ ਹੁੰਦਾ, ਵਪਾਰ ਜਾਣਕਾਰੀ ਨਾਲ ਹੁੰਦਾ। ਜੇ ਆਪਾਂ ਥੋੜਾ ਪਿੱਛੇ ਚੱਲ ਜਾਈਏ, ਅੱਜ ਤੋਂ 100 ਸਾਲ ਪਹਿਲਾਂ ਜਾਂ 70 ਸਾਲ ਪਹਿਲਾਂ, ਤਾਂ ਉਦੋਂ ਹੁੰਦਾ ਸੀ ਕਿ ਜਿਹੜਾ ਕੋਈ ਸਾਡਾ ਖਾਨਦਾਨੀ ਕਿੱਤਾ ਉਹੀ ਲੋਕ ਕਰਦੇ ਸੀਗੇ ਜੀ। ਤਾਂ ਲੋਕਾਂ ਦੇ ਵਿੱਚ ਸਮਾਨਤਾ ਨਹੀਂ ਸੀ, ਅਸਮਾਨਤਾ ਸੀ। ਇੱਕ ਸਮਾਂ ਸੀ ਕਿ ਜਦੋਂ ਇੱਕ ਵਰਗ ਨੂੰ ਕੋਈ ਬਰਾਬਰ ਕੁਰਸੀ ਨਹੀਂ ਸੀ ਦਿੰਦਾ ਬਹਿਣ ਨੂੰ, ਉਹਨੂੰ ਥੱਲੇ ਬਿਠਾ ਦਿੰਦੇ ਸੀ ਜਾਂ ਘਰ ਦੇ ਬਾਹਰ ਬਿਠਾ ਦਿੰਦੇ ਸੀ। ਲੇਕਿਨ ਇਹ ਗੈਪ ਕਿਹਨੇ ਖਤਮ ਕੀਤਾ? ਐਜੂਕੇਸ਼ਨ ਨੇ। ਐਜੂਕੇਸ਼ਨ ਜਦੋਂ ਸਿੱਖਿਆ ਆਈ, ਉਹਨਾਂ ਨੇ ਸਿੱਖਿਆ ਲਈ, ਉਹ ਵੀ ਪੜ੍ਹੇ, ਉਹ ਵੀ ਅਫਸਰ ਬਣੇ, ਉਹਨਾਂ ਦਾ ਲਾਈਫ ਸਟਾਈਲ ਬਦਲ ਗਿਆ, ਉਹਨਾਂ ਦੀ ਅਗਲੀਆਂ ਪੀੜ੍ਹੀਆਂ ਖਾਨਦਾਨ ਬਦਲ ਗਏ, ਸਿੱਖਿਆ ਮਿਲ ਗਈ। ਹੁਣ ਬਿਜ਼ਨਸ ਹੈ, ਬਿਜ਼ਨਸ ਦੇ ਵਿੱਚ ਅਸੀਂ ਕਹਿੰਦੇ ਕਿ ਯਾਰ ਮੈਨੂੰ ਤਾਂ ਬਿਜ਼ਨਸ ਆਉਂਦਾ ਹੀ ਨਹੀਂ, ਪਰ ਬਿਜ਼ਨਸ ਕੋਈ ਸਿਖਾਉਂਦਾ ਵੀ ਨਹੀਂ। ਤੁਸੀਂ ਕਿਸੇ ਬਿਜ਼ਨਸਮੈਨ ਕੋਲੇ, ਕਿਸੇ ਦੁਕਾਨਦਾਰ ਕੋਲੇ ਜਾ ਕੇ ਬਹਿ ਜਾਓ ਕਿ ਤੇਰੀ ਦੁਕਾਨ ਬਹੁਤ ਵਧੀਆ ਚੱਲਦੀ, ਮੈਂ ਵੀ ਇਹ ਕੰਮ ਕਰਨਾ, ਕੋਈ ਨਾ ਇਹ ਕੰਮ ਨਾ ਕਰੀ, ਕੋਈ ਫਾਇਦਾ ਨਹੀਂ ਹੈ, ਕੋਈ ਭੇਤ ਨਹੀਂ ਦਿੰਦਾ, ਦੱਸਦਾ ਨਹੀਂ। ਤਾਂ ਮੈਂ ਉਸੇ ਤਰ੍ਹਾਂ ਕਹਿੰਦਾ ਕਿ ਬਿਜ਼ਨਸ ਵੀ ਇੱਕ ਐਜੂਕੇਸ਼ਨ ਹੈ ਜਿਹੜੀ ਅਸੀਂ ਦਿੰਦੇ ਹਾਂ ਜੀ, ਕਿ ਤੁਸੀਂ ਬਿਜ਼ਨਸ ਕਿੱਦਾਂ ਕਰ ਸਕਦੇ ਹੋ, ਕਿਵੇਂ ਆਪਣਾ ਜੀਵਨ ਬਦਲ ਸਕਦੇ ਹੋ ਔਰ ਕਿਵੇਂ ਲੋਕਾਂ ਦਾ ਜੀਵਨ ਬਦਲ ਸਕਦੇ ਹੋ। ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਬਾਈ ਜੀ ਕਿ ਤੁਸੀਂ ਠੀਕ ਹੈ ਆਪ ਪੜ੍ਹਾ ਦਿੰਦੇ ਹੋ, ਜੇ ਕੋਈ ਪੜ੍ਹਿਆ ਨਹੀਂਗਾ, ਵੇਟਰ ਜੇ ਕੋਈ ਕੰਮ ਕਰ ਰਿਹਾ, ਜੋ ਕੋਈ ਚੰਗਾ ਕੰਮ ਕਰਨਾ ਚਾਹੁੰਦਾ, ਉਹ ਵੀ ਤੁਹਾਡੇ ਨਾਲ ਜੁੜਿਆ, ਉਹਦੀ ਵੀ ਜ਼ਿੰਦਗੀ ਬਦਲੀ ਹੈਗੀ। ਇਹ ਮਤਲਬ ਤੁਸੀਂ ਕਿਵੇਂ ਨਿਚੋੜ ਕੱਢਿਆ ਕਿ ਜ਼ਿਆਦਾ ਪੜ੍ਹੇ ਲਿਖੇ ਹੋਣਾ ਵੀ ਜ਼ਰੂਰੀ ਨਹੀਂ, ਤੁਹਾਡੇ 'ਚ ਗੁਣ ਹੋਣਾ ਚਾਹੀਦਾ? ਗੁਣਾਂ ਦੀ ਪਰਖ ਕਿਵੇਂ ਹੋਏਗੀ? ਦੇਖੋ, ਪੜ੍ਹੇ ਲਿਖੇ ਹੋਣਾ ਇੱਕ ਜਾਣਕਾਰੀ ਹੈ, ਤੁਸੀਂ ਨੌਲੇਜ ਇਕੱਠੀ ਕਰ ਲਈ ਹੈ, ਪਰ ਨੌਲੇਜ ਨੂੰ ਇਸਤੇਮਾਲ ਕਿੱਥੇ ਕਰਨਾ? ਜੇ ਅਸੀਂ ਇਸਤੇਮਾਲ ਹੀ ਨਹੀਂ ਕਰਾਂਗੇ ਤਾਂ ਉਹ ਵੀ ਸਾਡੇ ਲਈ ਇੱਕ ਟੋਕਰਾ, ਬੋਝ ਹੈ ਕਿ ਮੈਂ ਇੰਨਾ ਪੜ੍ਹਿਆ, ਮੈਂ ਤਾਂ ਇੰਨੀਆਂ ਡਿਗਰੀਆਂ, ਮੈਂ ਹੁਣ ਕਿਹੜਾ ਕੰਮ ਕਰਾਂ। ਉਹ ਨੌਲੇਜ ਤਾਂ ਹੀ ਕੰਮ ਦੀ ਹੈ ਜੇ ਅਸੀਂ ਉਹਨੂੰ ਅਪਲਾਈ ਕਰਦੇ ਹਾਂ। ਤਾਂ ਜੇ ਆਪਾਂ ਅਪਲਾਈ ਕਰਾਂਗੇ ਤਾਂ ਹੀ ਸਾਨੂੰ ਉਹਦਾ ਫਾਇਦਾ ਮਿਲਣਾ। ਤਾਂ ਮੈਂ ਸਮਝਦਾ ਕਿ ਇੱਕ ਪ੍ਰੈਕਟੀਕਲ ਚੀਜ਼ ਜਿਹੜੀ ਹੈਗੀ ਹੈ, ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਡੇ ਸੁਭਾਅ ਨਾਲ ਉਹ ਤੁਹਾਨੂੰ ਪੇ ਕਰਦਾ, ਜਿਹੜਾ ਤੁਹਾਡਾ ਐਟੀਟਿਊਡ ਹੈਗਾ ਉਹ ਤੁਹਾਨੂੰ ਪੇ ਕਰਦਾ, ਤੁਹਾਡੀ ਇਮਾਨਦਾਰੀ ਤੁਹਾਨੂੰ ਪੇ ਕਰਦੀ ਹੈ। ਇਮਾਨਦਾਰ ਬੰਦਾ ਕਦੇ ਫੇਲ ਨਹੀਂ ਹੁੰਦਾ। ਲੋਕ ਅਕਸਰ ਆਪਾਂ ਸੁਣਦੇ ਹਾਂ ਕਿ ਜੀ ਬੇਈਮਾਨਾਂ ਦਾ ਬੋਲਬਾਲਾ, ਬੇਈਮਾਨ ਲੋਕ ਕਾਮਯਾਬ ਹੈ। ਅਸੀਂ ਕਾਮਯਾਬੀ ਕਾਹਦੇ ਨਾਲ ਆਖਦੇ ਹਾਂ? ਸਿਰਫ ਇਸ ਕਰਕੇ ਕਿ ਉਹਨੇ ਬੇਈਮਾਨੀ ਕਰਕੇ ਪੈਸਾ ਇਕੱਠਾ ਕਰ ਲਿਆ, ਕਿ ਉਹਦਾ ਨਿੱਜੀ ਜੀਵਨ ਦੇਖਿਆ ਕਿੰਨਾ ਸੁਖੀ ਹੈਗਾ, ਪਰਿਵਾਰਕ ਤੌਰ ਤੇ ਕਿੰਨਾ ਕੁ ਸੁਖੀ ਹੈ, ਸਮਾਜ ਦੇ ਵਿੱਚ ਕਿੰਨਾ ਕੁ ਸਨਮਾਨ ਹੈ। ਸਫਲਤਾ ਇਕੱਲੀ ਪੈਸੇ ਨਾਲ ਨਹੀਂ ਆਂਕੀ ਜਾਂਦੀ। ਜੇ ਤੁਹਾਡਾ ਲੈਵਲ ਪੈਸੇ ਦਾ ਉੱਪਰ ਉੱਠ ਰਿਹਾ ਤਾਂ ਸਮਾਜ ਦੇ ਵਿੱਚ ਤੁਹਾਡਾ ਇੱਜ਼ਤ ਦਾ ਲੈਵਲ ਵੀ ਉੱਪਰ ਉੱਠ ਰਿਹਾ। ਕੀ ਤੁਸੀਂ ਸਮਾਜ ਨੂੰ ਵੀ ਕੰਟਰੀਬਿਊਟ ਕਰ ਰਹੇ ਹੋ? ਕੀ ਅਸੀਂ ਸਮਾਜ ਦੀਆਂ ਜੜ੍ਹਾਂ ਵੱਢ ਕੇ ਪੈਸਾ ਕਮਾ ਰਹੇ ਹਾਂ, ਕਿ ਅਸੀਂ ਸਮਾਜ ਨੂੰ ਪ੍ਰਫੁੱਲਤ ਕਰਕੇ ਪੈਸਾ ਕਮਾ ਰਹੇ ਹਾਂ? ਇਹ ਦੋਵਾਂ ਗੱਲਾਂ 'ਚ ਬਹੁਤ ਵੱਡਾ ਅੰਤਰ ਹੈ। ਪੈਸਾ ਤਾਂ ਸਮੈਕੀਏ ਵੀ ਬਹੁਤ ਕਮਾਉਂਦੇ ਆ, ਪਰ ਕੀ ਉਹਨਾਂ ਦੀ ਇੱਜ਼ਤ ਹੈ? ਕੀ ਉਹ ਸਮਾਜ ਨੂੰ ਕੁਝ ਦੇ ਰਹੇ ਆ? ਉਹ ਸਮਾਜ ਨੂੰ ਬਰਬਾਦ ਕਰ ਰਹੇ। ਅਸੀਂ ਸਮਾਜ ਨੂੰ ਉੱਪਰ ਚੁੱਕਣ ਦੀ ਗੱਲ ਕਰਦੇ ਹਾਂ। ਪੈਸਾ ਤਾਂ ਬਾਈ ਡਿਫਾਲਟ ਹੈ, ਪੈਸਾ ਤਾਂ ਜਦੋਂ ਤੁਸੀਂ ਕੰਮ ਕਰੋਗੇ ਆਊਗਾ ਹੀ ਜੀ। ਲੇਕਿਨ ਅਸੀਂ ਜਿਵੇਂ ਇੱਕ ਕਹਿੰਦਾ ਕਿ ਬਾਗ ਦੇ ਵਿੱਚ ਮਾਲੀ ਉਹ ਇੱਕ ਬੂਟਿਆਂ ਦੀ ਦੇਖਭਾਲ ਕਰਦਾ, ਫਲ ਤਾਂ ਉਹਨੂੰ ਮਿਲਣਾ ਹੀ ਮਿਲਣਾ, ਲੇਕਿਨ ਉਹ ਦੇਖਭਾਲ ਕਰਦੇ ਨੂੰ ਵੇਖੋ ਕਿੰਨੇ ਉਹ ਪਿਆਰ ਨਾਲ ਕਰਦਾ, ਆਪਣੀ ਜਾਨ ਤੋਂ ਵੱਧ ਉਹਦੀ ਕੇਅਰ ਕਰਦਾ। ਤਾਂ ਇਸ ਤਰੀਕੇ ਨਾਲ ਅਸੀਂ ਆਪਣੇ ਲੋਕਾਂ ਨਾਲ ਜਿੰਨੇ ਜੁੜੇ ਹੋਏ ਹਾਂ, ਅਸੀਂ ਥਾਟ ਇਹ ਰੱਖਿਆ ਕਿ ਕਿੰਨੇ ਲੋਕਾਂ ਦਾ ਜੀਵਨ ਬਦਲ ਸਕਦੇ ਹਾਂ, ਕਿਉਂਕਿ ਆਪ ਦਾ ਬਦਲਿਆ ਤਾਂ ਉਹਦੀ ਜਿਹੜੀ ਖੁਸ਼ੀ ਹੈ ਨਾ, ਉਹ ਬਿਲਕੁਲ ਅਲੱਗ ਖੁਸ਼ੀ ਹੈ ਪੈਸਿਆਂ ਨਾਲੋਂ। ਪੈਸਾ ਇੱਕ ਸਮਾਂ ਸੀਗਾ ਜਦੋਂ ਪੈਸੇ ਲਈ ਮੈਂ ਘਰੋਂ ਨਿਕਲਿਆ ਸੀ। ਪੈਸਾ ਤਾਂ ਰੱਬ ਨੇ ਇੰਨਾ ਕੁ ਦੇਤਾ ਜਿੰਨਾ ਕੁ ਮੈਂ ਸ਼ਾਇਦ ਸਾਲ 'ਚ ਸੋਚਦਾ ਸੀ ਮੈਂ ਸ਼ਾਇਦ ਇੱਕ ਦਿਨ 'ਚ ਵੀ ਕਮਾ ਲੈਂਦਾ ਹਾਂ। ਪਰ ਉਹ ਚੀਜ਼ ਜੋ ਹੁਣ ਇੱਕ ਥਾਟ ਹੈ ਕਿ ਜੀਵਨ ਬਦਲਣਾ ਔਰ ਇੱਕ ਸਮਾਜ ਦੇ ਵਿੱਚ ਇੱਕ ਨਾਮ ਬਣਾਉਣਾ, ਕਿ ਬੰਦਾ ਯਾਦ ਰੱਖੇ ਕਿ ਜੇ ਅਸੀਂ ਕੁਛ
ਚਾਹੇ ਕਿੰਨੇ ਲੋਕਾਂ ਨੂੰ ਵੀ ਅਸੀਂ ਕਰ ਸਕੀਏ, ਉਹਦਾ ਜੀਵਨ ਪੱਧਰ ਉੱਪਰ ਚੱਕ ਸਕੀਏ। ਇਕੱਲੇ ਪੈਸੇ ਨਾਲ ਨਹੀਂ, ਉਹਨੂੰ ਜਾਗਰੂਕ ਕਰ ਸਕੀਏ, ਉਹਨੂੰ ਸਮਾਜ ਪ੍ਰਤੀ ਚੇਤਨ ਕਰ ਸਕੀਏ ਜੀ। ਇਹ ਸਾਡੇ ਵਿਚਾਰ ਹਮੇਸ਼ਾ ਦਿਮਾਗ 'ਚ ਚੱਲਦਾ। ਬਿਲਕੁਲ। ਉਹ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਨੇ, ਜਦੋਂ ਐਂ ਕਹਿ ਦੇਣ ਕਿ ਸਰ ਤੁਹਾਡਾ ਬਹੁਤ ਧੰਨਵਾਦ, ਸ਼ਾਇਦ ਮੈਂ ਵੀ ਰੁਲ ਰਿਹਾ ਹੁੰਨਾ ਜੇ ਤੁਸੀਂ ਜ਼ਿੰਦਗੀ 'ਚ ਨਾ ਆਉਂਦੇ। ਹਾਂਜੀ, ਵੀ ਬੜਾ ਇਮੋਸ਼ਨਲ ਇਹ ਲੋਕ ਗੱਲਾਂ ਕਰਦੇ ਆ, ਪਰ ਮੈਂ ਇਹ ਗੱਲਾਂ ਨੂੰ ਦਿਮਾਗ ਤੇ ਨਹੀਂ ਲੈਂਦਾ। ਮੈਂ ਕਹਿੰਦਾ ਕਿ ਜੇ ਮੇਰੇ ਕਰਕੇ ਹੀ ਹੁੰਦਾ ਤੇ ਮੇਰੇ ਨਾਲ ਤਾਂ ਬਹੁਤ ਲੋਕ ਜੁੜੇ, ਸਾਰੇ ਨਹੀਂ ਬਣੇ ਨਾ। ਤੁਹਾਡੇ ਵਿੱਚ ਵੀ ਤਾਂ ਇਨਗਰੀਡੀਐਂਟ ਚਾਹੀਦੇ ਆ, ਤੁਸੀਂ ਵੀ ਤਾਂ ਇਮਾਨਦਾਰ ਚਾਹੀਦੇ ਹੋ, ਤੁਸੀਂ ਵੀ ਤਾਂ ਮਿਹਨਤੀ ਚਾਹੀਦੇ ਹੋ ਨਾ। ਕੱਲਾ ਇਹ ਤਾਂ ਹੈ ਨਹੀਂ ਕਿ ਕੋਈ ਮੈਂ ਪੁਖਰਾਜ ਜੁਆਇਨ ਕਰ ਲਿਆ ਤੇ ਹੁਣ ਮੈਂ ਕਾਮਯਾਬ ਬਣ ਜਾਊਂਗਾ। ਕਾਮਯਾਬੀ ਦੇ ਇਨਗਰੀਡੀਐਂਟ ਵੀ ਤੁਹਾਡੇ ਕੋਲੇ ਚਾਹੀਦੇ ਆ। ਹੁਣ ਆਪਾਂ ਬੀਜ ਵਧੀਆ ਲਿਆਈਏ ਤੇ ਜੇ ਸਾਡੀ ਜ਼ਮੀਨ ਹੀ ਉਹਦੇ ਲਾਇਕ ਨਹੀਂ ਹੈਗੀ ਜਾਂ ਉਹਦੀ ਤਿਆਰੀ ਅਸੀਂ ਉਹਦੇ ਲਾਇਕ ਨਹੀਂ ਕਰਦੇ ਤੇ ਫਿਰ ਇਕੱਲੇ ਬੀਜ ਨੇ ਤਾਂ ਨਹੀਂ ਉਗਰਨਾ ਨਾ। ਤਾਂ ਇਹ ਦੋਨੋਂ ਸਾਈਡ ਤੋਂ ਹੁੰਦਾ, ਪਰ ਉਹ ਇੱਕ ਹੈ ਕਿ ਜਦੋਂ ਤੁਹਾਡੀ ਸੋਚ ਨਾਲ ਤੁਹਾਡੀ ਸੋਚ ਦੇ ਬੰਦੇ ਮਿਲ ਜਾਣ ਉੱਥੇ ਤਰੱਕੀ ਸੰਭਵ ਹੁੰਦੀ ਹੈ। ਇੱਕ ਧਾਰਨਾ ਇਹ ਵੀ ਸੀਗੀ ਵੀ ਜੱਟਾਂ ਦੇ ਮੁੰਡੇ ਤਾਂ ਕਿਸਾਨੀ ਕਰ ਸਕਦੇ, ਬਾਅਦ ਫੌਜ 'ਚ ਚਲ ਜਾਣਗੇ। ਤੁਸੀਂ ਉਹ ਧਾਰਨਾ ਨੂੰ ਚੋਟ ਮਾਰੀ ਕਿ ਭਾਈ ਜੱਟਾਂ ਦੇ ਮੁੰਡੇ ਤਾਂ ਬਿਜ਼ਨਸਮੈਨ ਵੀ ਬਣ ਸਕਦੇ ਆ, ਸਮਾਜ ਵਿੱਚ ਹੋਰ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ, ਬਹੁਤ ਕੁਝ ਕਰ ਸਕਦੇ। ਬਿਲਕੁਲ ਬਣ ਸਕਦੇ ਆ। ਮੈਂ ਤਾਂ ਐਕਚੁਅਲੀ ਇਹ ਕਹਿਣਾ, ਅਸਲ ਦੇ ਵਿੱਚ ਇਹ ਭਰਮ ਫੈਲਾਇਆ ਗਿਆ ਕਿ ਜੱਟ ਬਿਜ਼ਨਸ ਨਹੀਂ ਕਰ ਸਕਦੇ। ਮੈਂ ਕਹਿੰਦਾ ਕਿ ਜੱਟ ਜ਼ਿਆਦਾ ਵਧੀਆ ਬਿਜ਼ਨਸ ਕਰ ਸਕਦੇ, ਕਿਉਂਕਿ ਬਿਜ਼ਨਸ ਦੇ ਤੌਰ ਤੇ ਅਕਸਰ ਤੁਸੀਂ ਜਿੰਨੀਆਂ ਸਟੋਰੀਜ਼ ਪੜ੍ਹੋਗੇ ਉਹ ਕਹਿਣਗੇ ਬੰਦਾ ਰਿਸਕ ਟੇਕਿੰਗ ਹੋਣਾ ਚਾਹੀਦਾ, ਹੌਸਲੇ ਵਾਲਾ ਹੋਣਾ ਚਾਹੀਦਾ। ਔਰ ਜੱਟਾਂ ਦੇ ਮੁੰਡਿਆਂ ਤੋਂ ਵੱਧ ਹੌਸਲਾ ਕਿਹਦੇ 'ਚ ਹੋ ਸਕਦਾ? ਅਸੀਂ ਫਸਲ ਬੀਜਦੇ ਹਾਂ, ਸਾਰੀ ਮਿਹਨਤ ਕਰਦੇ ਹਾਂ, 6 ਮਹੀਨਿਆਂ ਬਾਅਦ ਹੋਣੀ ਕਿ ਨਹੀਂ ਹੋਣੀ, ਇਹ ਹੌਸਲਾ ਹੀ ਹੈ। ਹੌਸਲਾ ਹੀ, ਬਿਲਕੁਲ। ਅਸੀਂ ਉਹਦੇ ਤੇ ਸਾਰੀ ਇਨਵੈਸਟਮੈਂਟ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ। ਇਹ ਸਾਡੇ ਕੋਲੇ ਸਭ ਕੁਝ ਹੈਗਾ, ਹੌਸਲਾ, ਗਿਆਨ, ਸਭ ਕੁਝ ਹੈਗਾ ਜੀ। ਇਹ ਇੱਕ ਡਰ ਫੈਲਾਇਆ ਜਾਂਦਾ ਹੈ ਕਿ ਲੋਕ ਇਹਦੇ ਨੇੜੇ ਨਾ ਆਉਣ, ਇਹ ਕੁਛ ਹੀ ਲੋਕਾਂ ਦੇ ਹੱਥ 'ਚ ਰਵੇ। ਜਿਵੇਂ ਕਹਿੰਦੇ ਕਿ ਰਾਜਨੀਤੀ ਸਭ ਦੇ ਵੱਸ ਦੀ ਨਹੀਂ ਹੈ, ਦੂਰ ਰਹੋ। ਇਹ ਫੈਲਾਈਆਂ ਗਈਆਂ ਗੱਲਾਂ। ਤੇ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਹਮੇਸ਼ਾ ਇਹ ਗੱਲ ਕਰਦਾ ਕਿ ਕੋਈ ਵੀ ਚੀਜ਼ ਅਸੰਭਵ ਨਹੀਂ ਹੈ। ਤੁਸੀਂ ਉਹਦਾ ਸਿਸਟਮ, ਉਹਦੇ ਰੂਲ ਪੜ੍ਹੋ, ਆਪਣੇ ਆਪ ਨੂੰ ਉਹ 'ਚ ਢਾਲ ਲਓ। ਤੁਸੀਂ ਕਿਉਂ ਨਹੀਂ ਕਰ ਪਾਓਗੇ? ਤੁਸੀਂ ਵੀ ਕਰ ਪਾਓਗੇ। ਬਹੁਤ ਸਿੰਪਲ ਤਰੀਕਾ। ਜੇ ਮੈਂ ਕਹਾਂ ਕਿ ਆਪਾਂ ਬਾਈਕ ਚਲਾਉਣੀ ਹੈ ਜੀ, ਤਾਂ ਅਸੀਂ ਬਾਈਕ ਤੇ ਬੈਠਦੇ ਹਾਂ, ਸਵਿਚ ਲਾਉਣੇ, ਫਿਰ ਅਸੀਂ ਉਹਦੀ ਕਿੱਕ ਮਾਰਦੇ ਹਾਂ ਜੀ। ਹੁਣ ਬੰਦਾ ਕਹੇ ਕਿ ਸਵਿਚ ਤਾਂ ਮੈਂ ਲਾਈ ਨੇ, ਕਿੱਕਾਂ ਮਾਰੀ ਜਾਂਦਾ, ਯਾਰ ਬਾਈਕ ਸਟਾਰਟ ਨਹੀਂ ਹੋ ਰਿਹਾ। ਬਾਈਕ ਨੇ ਸਟਾਰਟ ਸਿਸਟਮ ਨਾ ਹੋਣਾ, ਪਹਿਲਾਂ ਸਵਿਚ ਲਾਉਣੀ ਪੈਣੀ, ਫਿਰ ਉਹਨੇ ਸਟਾਰਟ ਹੋਣਾ। ਫਿਰ ਉਹ ਕਹਿੰਦਾ ਸਟਾਰਟ ਤਾਂ ਹਲੇ ਤੁਰਦਾ ਹੀ ਨਹੀਂ ਹੈ। ਉਹਦੇ ਲਈ ਸਾਨੂੰ ਪਹਿਲਾਂ ਕਲੱਚ ਦੱਬਣਾ ਪੈਣਾ, ਫਿਰ ਗੇਅਰ ਪਾਉਣਾ ਪੈਣਾ। ਜੇ ਸਿੱਧਾ ਅਸੀਂ ਗੇਅਰ ਪਾਉਣ ਦੀ ਕੋਸ਼ਿਸ਼ ਕਰਾਂਗੇ, ਡਿੱਗਾਂਗੇ। ਬਿਲਕੁਲ। ਗੇਅਰ ਵੀ ਪਾ ਲਿਆ, ਹੁਣ ਕਲੱਚ ਛੱਡਣ ਦਾ ਵੀ ਇੱਕ ਤਰੀਕਾ ਹੈ ਨਾ ਜੀ, ਕਿੰਨੀ ਹੌਲੀ ਹੌਲੀ ਛੱਡਣਾ ਤਾਂ ਕਿ ਉਹ ਸਹੀ ਢੰਗ ਨਾਲ ਤੁਰ ਪਵੇ। ਇਹ ਨਹੀਂ ਕਿ ਅਸੀਂ ਐਕਸੀਲੇਟਰ ਘੁਮਾਇਆ ਤੇ ਕਲੱਚ ਛੱਡਤਾ ਤਾਂ ਵੀ ਅਸੀਂ ਡਿੱਗਾਂਗੇ। ਤਾਂ ਇਹ ਵੀ ਇੱਕ ਨਿਯਮ ਹੈ, ਚਾਹੇ ਉਹ ਸਕੂਟਰ ਚਲਾਉਣ ਦੇ ਮੰਨ ਲਓ ਤੇ ਚਾਹੇ ਬਿਜ਼ਨਸ ਚਲਾਉਣ ਦੇ ਮੰਨ ਲਓ, ਚਾਹੇ ਖੇਤੀ ਕਰਨ ਦੇ। ਉਹ ਨਿਯਮਾਂ ਦੀ ਜਿਹੜਾ ਬੰਦਾ ਪਾਲਣਾ ਕਰਦਾ ਉਹ ਡੈਫੀਨੇਟਲੀ ਕਾਮਯਾਬ ਹੁੰਦਾ। ਨਿਯਮ ਕਾਮਯਾਬ ਕਰਦੇ ਆ, ਬੰਦਾ ਆਪਣੇ ਆਪ 'ਚ ਕੁਛ ਨਹੀਂ ਹੈ, ਪਰ ਸਾਨੂੰ ਨਿਯਮਾਂ ਨੂੰ ਸਮਰਪਿਤ ਕਰਨਾ ਪੈਂਦਾ। ਆਪਣੀਆਂ ਮਨਮਰਜ਼ੀਆਂ ਨਹੀਂ ਚੱਲਦੀਆਂ, ਸਾਨੂੰ ਉਹਦੇ ਮੁਤਾਬਕ ਚੱਲਣਾ ਪੈਂਦਾ। ਬਿਲਕੁਲ, ਇੱਕ ਵਿਧੀ ਦਾ ਵਿਧਾਨ ਹੁੰਦਾ ਹੈਗਾ। ਅੱਛਾ ਬਾਈ, ਆਖਰੀ ਸਵਾਲ, ਫਿਊਚਰ ਕੀ ਦੇਖਦੇ ਹੋ ਤੁਸੀਂ, ਖਾਸ ਕਰ ਪੁਖਰਾਜ ਦਾ? ਸਮਾਜ ਲਈ ਵੀ ਇੰਨਾ ਚਿੰਤਨ ਕਰਦੇ ਹੋ, ਤੁਹਾਡੇ ਮਾਈਂਡ 'ਚ ਚੱਲ ਰਿਹਾ ਹੁੰਦਾ ਕਿ ਹਾਂ ਜੋ ਕੁਝ ਮੈਂ ਸਿਆ ਜਾਂ ਜੋ ਮੌਕੇ ਮੈਨੂੰ ਨਹੀਂ ਮਿਲੇ, ਮੇਰੇ ਨਾਲ ਜੁੜਨ ਵਾਲਾ ਉਹ ਚੀਜ਼ ਫੀਲ ਨਾ ਕਰੇ। ਫਿਊਚਰ ਕਿਵੇਂ ਦੇਖਦੇ ਹੋ ਪੁਖਰਾਜ ਦਾ, ਜਾਂ ਫਿਰ ਭਵਿੱਖ ਦੀ ਬੁੱਕਲ 'ਚ ਕਿਵੇਂ ਦੇਖਦੇ ਹੋ ਕਿ ਮੈਂ ਕੀ ਕੁਝ ਕਰਨਾ ਚਾਹੁੰਦਾ ਹੈਗਾ? ਜੀ, ਸਾਡਾ ਸਭ ਤੋਂ ਵੱਡਾ ਅਸੀਂ ਜਿਹੜਾ ਮਿਸ਼ਨ ਹੈਗਾ ਉਹ ਸਾਡਾ ਹੈਗਾ ਰੋਜ਼ਗਾਰ ਦੇ ਉੱਪਰ ਜੀ, ਕਿ ਅਸੀਂ ਸਾਡਾ ਪੁਖਰਾਜ ਦਾ ਜਿਹੜਾ ਬਿਜ਼ਨਸ ਕਰਨ ਦਾ ਤਰੀਕਾ ਬਿਲਕੁਲ ਅਲੱਗ ਆ ਜੀ। ਇਹ ਨਹੀਂ ਕਿ ਸਾਡਾ ਬ੍ਰਾਂਡ ਆ ਔਰ ਸਾਡੇ ਕੋਲੇ ਪੈਸਾ ਅਸੀਂ ਐਡ ਕਰਕੇ ਦੁਕਾਨਾਂ ਤੇ ਮਾਰ ਰੱਖ ਕੇ ਵੇਚਣਾ ਸ਼ੁਰੂ ਕਰ ਦਈਏ, ਉਹ ਅਸੀਂ ਨਹੀਂ ਕਰ ਰਹੇ ਜੀ। ਅਸੀਂ ਲੋਕਾਂ ਨੂੰ ਜਾਗਰੂਕ ਕਰਕੇ, ਲੋਕਾਂ ਨੂੰ ਸਿਖਾ ਕੇ, ਆਪਣੀ ਇਨਵੈਸਟਮੈਂਟ ਕਰਕੇ ਜੀ। ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਜਿਹੜੀ ਟ੍ਰੇਨਿੰਗ ਦਿੰਦੇ ਆ ਬਿਜ਼ਨਸ ਦੀ, ਉਹਦਾ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ ਜੀ। ਰਹਿائش ਬੱਚਿਆਂ ਨੂੰ ਅਸੀਂ ਫ੍ਰੀ ਦਿੰਦੇ ਆ, ਔਰ ਜਦੋਂ ਉਹ ਟ੍ਰੇਨਡ ਹੋ ਜਾਂਦੇ ਆ, ਜਦੋਂ ਅਸੀਂ ਉਹਨਾਂ ਨੂੰ ਬਿਜ਼ਨਸ ਡਿਵੈਲਪ ਕਰਕੇ ਦਿੰਦੇ ਆ, ਉਹ ਸਾਰੀ ਇਨਵੈਸਟਮੈਂਟ ਵੀ ਕੰਪਨੀ ਕਰਦੀ, ਉਹਨਾਂ ਦਾ 1 ਰੁਪਿਆ ਨਹੀਂ ਲੱਗਦਾ ਜੀ। ਅਸੀਂ ਕਹਿੰਦੇ ਕਿ ਤੁਹਾਡਾ ਸਿਰਫ ਸਾਨੂੰ ਇਮਾਨਦਾਰੀ ਤੇ ਟਾਈਮ ਚਾਹੀਦਾ, ਔਰ ਤੁਹਾਡੇ ਅੰਦਰ ਲਗਨ ਚਾਹੀਦੀ ਹੈ ਕਿ ਮੈਂ ਕਾਮਯਾਬ ਹੋਣਾ। ਉਹਦੇ ਕਾਮਯਾਬ ਹੋਣ ਦੇ ਆਪਣੇ ਇੱਕ ਰੂਲ ਆ, ਜਿਹੜਾ ਬੰਦਾ ਉਹਨੂੰ ਫੋਲੋ ਕਰਦਾ ਉਹ ਅਸੀਂ ਕਰਦੇ ਆ। ਔਰ ਸਾਡਾ ਯੂਥ ਭਰਿਆ ਪਿਆ, ਜਿਨ੍ਹਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈ ਕਿ ਮੈਂ ਕਰਾਂ ਕੀ। ਵਿਚਾਰੇ ਬਾਹਰ ਜਾ ਰਹੇ ਆ ਔਰ ਬਹੁਤ ਸਾਰੇ ਪਿੰਡ ਖਾਲੀ ਹੋ ਗਏ। ਬਿਲਕੁਲ, ਬਹੁਤ ਸਾਰੇ ਲੋਕ ਇਦਾਂ ਦੇ, ਉਹਨਾਂ ਕੋਲ ਪੈਸਾ ਵੀ ਹੈਗਾ ਤਾਂ ਵੀ ਨਹੀਂ ਲੋਕਾਂ ਨੂੰ ਪਤਾ ਕਿ ਮੈਂ ਕੀ ਕੰਮ ਕਰਾਂ, ਕਿਉਂਕਿ ਪੈਸੇ ਨਾਲ ਕੰਮ ਨਹੀਂ ਚੱਲਦਾ।
ਜਿਵੇਂ ਪਹਿਲਾਂ ਗੱਲ ਕਰਾਂ ਕਿ ਲੋਕ ਕਹਿੰਦੇ ਪੈਸੇ ਨਾਲ ਕੰਮ ਹੁੰਦਾ, ਪੈਸੇ ਨਾਲ ਕੰਮ ਨਹੀਂ ਚੱਲਦਾ ਜੀ ਬਹੁਤ ਲੋਕ ਬੈਠੇ ਹੋ ਕਹਿੰਦੇ ਪੈਸਾ ਹੈਗਾ ਯਾਰ ਕਰੀਏ ਕੀ ਗਾਰੰਟੀ ਹੈ ਕਿ ਮੇਰਾ ਕੰਮ ਕਾਮਯਾਬ ਵੀ ਹੋ ਜਾਊਗਾ ਜੀ ਸਾਡੇ ਕੋਲੇ ਪਿਛਲੇ 21 ਸਾਲ ਦਾ ਤਜਰਬਾ ਸਾਡਾ ਸਿਸਟਮ ਹੈ ਅਸੀਂ ਟ੍ਰੇਨਡ ਕਰਦੇ ਆਂ ਫਿਰ ਅਸੀਂ ਉਹਦੀ ਹੈਲਪ ਕਰਦੇ ਆਂ ਉਹਦੇ ਬਿਜ਼ਨਸ ਨੂੰ ਚਲਾਉਣ ਦੇ ਵਿੱਚ ਹੈਲਪ ਕਰਦੇ ਆਂ ਤਾਂ ਇਸ ਕਰਕੇ ਫੇਲਿਅਰ ਦੇ ਜਿਹੜੇ ਚਾਂਸਸ ਆ ਉਹ ਜ਼ੀਰੋ ਹੋ ਜਾਂਦੇ ਆ ਆਪਰੇਸ਼ਨਲ ਲੈਵਲ ਤੇ ਜੀ ਹੁਣ ਜੇ ਮੈਂ ਹੀ ਇਦਾਂ ਦਾ ਬਲੰਡਰ ਨਾ ਕਰਾਂ ਮੈਂ ਹੀ ਇਦਾਂ ਦੀਆਂ ਗਲਤੀਆਂ ਨਾ ਕਰਾਂ ਤਾਂ ਫਿਰ ਤਾਂ ਮੈਂ ਕਾਮਯਾਬ ਹੋਊਂਗਾ ਜੇ ਮੈਂ ਹੀ ਇਦਾਂ ਦੀ ਗਲਤੀ ਕਰ ਦੇਵਾਂ ਜਿਹੜੀ ਬਿਜ਼ਨਸ ਦੇ ਬਿਲਕੁਲ ਉਲਟ ਜਾਂਦੀ ਹੋਵੇ ਉਹਨੂੰ ਤਾਂ ਕੋਈ ਵੀ ਕਾਮਯਾਬ ਨਹੀਂ ਕਰ ਸਕਦਾ ਪਰ ਸਾਡਾ ਜਿਹੜਾ ਮਿਸ਼ਨ ਹੈਗਾ ਉਹ ਬੇਰੁਜ਼ਗਾਰ ਬੱਚਿਆਂ ਨੂੰ ਟ੍ਰੇਨਡ ਕਰਕੇ ਉਹ ਖਾਸ ਤੌਰ ਤੇ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈ ਜਿਨ੍ਹਾਂ ਕੋਲ ਕੋਈ ਵੱਡੀ ਡਿਗਰੀ ਨਹੀਂ ਹੈ ਜੀ ਔਰ ਜਿੰਨੀਆਂ ਕੰਪਨੀਆਂ ਤੁਸੀਂ ਦੇਖੋਗੇ ਇੰਟਰਵਿਊ ਤੇ ਬੰਦਾ ਜਾਂਦਾ ਸਭ ਤੋਂ ਪਹਿਲਾਂ ਪੁੱਛਦੇ ਤਜਰਬਾ ਕੀ ਹੈ ਜੀ ਹਨਾ ਅਸੀਂ ਕਹਿੰਦੇ ਕਿ ਸਾਨੂੰ ਕਿਸੇ ਤਜਰਬੇ ਦੀ ਲੋੜ ਨਹੀਂ ਹੈ ਫਰੈਸ਼ ਆਓ 18 ਤੋਂ 23 ਸਾਲ ਸਾਡਾ ਇੱਕ ਏਜ ਬੈਂਡ ਹੈ 18 ਤੋਂ 23 ਸਾਲ ਇਸ ਏਜ ਦੇ ਵਿੱਚ ਸਾਡੇ ਕੋਲ ਤੁਸੀਂ ਆਓ ਕੋਈ ਸਾਨੂੰ ਤੁਹਾਡੇ ਤਜਰਬੇ ਦੀ ਲੋੜ ਨਹੀਂ ਹੈ ਤਜਰਬਾ ਅਸੀਂ ਦੇਵਾਂਗੇ ਪੈਸਾ ਅਸੀਂ ਦੇਵਾਂਗੇ ਐਜੂਕੇਸ਼ਨ ਅਸੀਂ ਦੇਵਾਂਗੇ ਤੁਸੀਂ ਆਪਣੇ ਆਪ ਨੂੰ ਸਮਰਪਣ ਕਰ ਦਿਓ ਕਾਮਯਾਬੀ ਅਸੀਂ ਮੈਂ ਕਹਿੰਦਾ ਹੁੰਦਾ ਕਿ ਜੇ ਤੁਸੀਂ ਲਿਖ ਕੇ ਦੇ ਦਿਓ ਕਿ ਮੈਂ ਬਿਜ਼ਨਸ ਦਾ ਡਿਸਪਲਿਨ ਭੰਗ ਨਹੀਂ ਕਰੂੰਗਾ ਮੈਂ ਕਹਿੰਦਾ ਮੈਂ ਲਿਖ ਕੇ ਦਿੰਦਾ ਕਿ ਕਾਮਯਾਬੀ ਤੈਨੂੰ ਮਿਲੂਗੀ ਬਹੁਤ ਵਧੀਆ ਬਾਈ ਸੋਚ ਹੈਗੀ ਲਾਸਟ ਦੇ ਵਿੱਚ ਜਿਹੜੇ ਤੁਹਾਨੂੰ ਦੇਖ ਰਹੇ ਹੋਣ ਪੰਜਾਬ ਦੇ ਲੋਕ ਬਾਹਰ ਵਸਦੇ ਲੋਕ ਕੀ ਕਹਿੰਦੇ ਉਹਨਾਂ ਨੂੰ ਦੇਖੋ ਮੈਂ ਇਹੀ ਗੱਲ ਕਰਨਾ ਕਿ ਤੁਸੀਂ ਜੋ ਵੀ ਗੋਲ ਬਣਾਓ ਜ਼ਰੂਰੀ ਨਹੀਂ ਕਿ ਕੋਈ ਸਾਡੇ ਨਾਲ ਰਲ ਕੇ ਕੰਮ ਕਰਨਾ ਜਾਂ ਕਿਤੇ ਵੀ ਕੰਮ ਕਰਨਾ ਇੱਕ ਤਾਂ ਪਹਿਲਾਂ ਕੰਕਰੀਟ ਸੋਚ ਲਓ ਕਿ ਮੈਂ ਇਹੀ ਕਰਨਾ ਫਿਰ ਢਿੱਲੇ ਕਦਮ ਨਾਲ ਚੱਲੋ ਫਿਰ ਆਪਣੀ ਪੂਰੀ એનર્ਜੀ ਲਾਓ ਤੇ ਆਪਣੇ ਆਪ ਨੂੰ ਅਪਗ੍ਰੇਡ ਕਰੋ ਦੂਜਿਆਂ ਦੀਆਂ ਗਲਤੀਆਂ ਦੂਜਿਆਂ ਦੀਆਂ ਕਮੀਆਂ ਕੱਢਣ ਦੇ ਹਾਲਾਤਾਂ ਨੂੰ ਕੋਸਣਾ ਉਹ ਚੰਗੀ ਗੱਲ ਨਹੀਂ ਹੁੰਦੀ ਹਾਲਾਤ ਜਿੰਨੇ ਤੁਹਾਡੇ ਲਈ ਟਫ ਹੋਣਗੇ ਉਹਨੇ ਚੰਗੇ ਹੋਣਗੇ ਔਖਾ ਲੱਗਦਾ ਹੈ ਅਸੀਂ ਜਿਮ ਜਾਂਦੇ ਆ ਪਹਿਲੇ ਦਿਨ ਅਸੀਂ ਜਦੋਂ ਜਾ ਕੇ ਘਰੇ ਵਾਪਸ ਆਉਣੇ ਨਾ ਅਗਲੇ ਦਿਨ ਸਾਡੇ ਮਸਲ ਪੇਨ ਕਰਦੇ ਆ ਦਿਲ ਨਹੀਂ ਕਰਦਾ ਜਾਣ ਨੂੰ ਪਰ ਅਸੀਂ ਧੱਕੇ ਨਾ ਜਾਂਦੇ ਅਸੀਂ ਮਨ ਮਾਰ ਕੇ ਕਰਦੇ ਆ ਵਾਰ-ਵਾਰ ਪਰ ਹੌਲੀ ਹੌਲੀ ਕੀ ਹੋ ਰਹਿੰਦਾ ਸਾਡੀ ਬੋਡੀ ਡਿਵੈਲਪ ਹੋ ਰਹੀ ਹੁੰਦੀ ਹੈ ਅਸੀਂ ਤਾਕਤਵਰ ਬਣ ਰਹੇ ਹੁੰਦੇ ਆ ਉਵੇਂ ਹੀ ਸਾਡਾ ਦਿਮਾਗ ਆ ਜਿੰਨੀਆਂ ਨੂੰ ਮੁਸ਼ਕਲਾਂ ਆਉਂਦੀਆਂ ਜੇ ਅਸੀਂ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਾਂਗੇ ਉਹਨਾਂ ਨਾਲ ਲੜਾਂਗੇ ਇਹ ਤਾਕਤਵਰ ਹੋਊਗਾ ਤੁਹਾਨੂੰ ਹੌਸਲਾ ਆਊਗਾ ਸਾਡੇ ਵਰਗੇ ਲੋਕ ਆ ਜਿਹੜੇ ਅਸੀਂ ਕਹਾਣੀਆਂ ਪੜ੍ਹਦੇ ਆ ਕਦੇ 1000 ਰੁਪਏ ਦੀ ਨੌਕਰੀ ਕਰਦਾ ਸੀ ਅੱਜ ਐਡੀ ਵੱਡੀ ਇੰਡਸਟਰੀ ਦਾ ਮਾਲਕ ਆ ਕਦੇ ਭਾਂਡੇ ਮਾਂਜਦਾ ਸੀ ਅੱਜ ਇੰਨੇ ਵੱਡੀ ਹੋਟਲ ਚੇਨ ਦਾ ਮਾਲਕ ਆ ਤਾਂ ਇਹ ਕਹਾਣੀਆਂ ਗਲਤ ਨਹੀਂ ਹੈਗੀਆਂ ਲੇਕਿਨ ਕਹਾਣੀਆਂ ਅਸੀਂ ਪੜ੍ਹ ਕੇ ਰਸ ਲੈਂਦੇ ਆ ਆਪਣੇ ਆਪ ਨੂੰ ਝੋਂਕਦੇ ਨਹੀਂ ਉਹਦੇ ਵਿੱਚ ਤੁਸੀਂ ਝੋਂਕ ਕੇ ਦੇਖੋ ਫਿਰ ਤੁਹਾਨੂੰ ਮਜ਼ਾ ਵੀ ਆਊਗਾ ਫਿਰ ਤੁਹਾਨੂੰ ਪਤਾ ਲੱਗੂ ਆਪਣੀ ਕਹਾਣੀ ਤੁਸੀਂ ਆਪ ਆਪਣੇ ਹੱਥ ਨਾਲ ਲਿਖ ਸਕਦੇ ਹੋ ਮੈਂ ਅੱਜ ਤੱਕ ਜੋ ਸੁਪਨਾ ਦੇਖਿਆ ਜੀ ਕੋਈ ਐਸਾ ਨਹੀਂ ਜਿਹੜਾ ਮੇਰਾ ਪੂਰਾ ਨਹੀਂ ਹੋਇਆ ਪਰ ਬੈਠੇ ਦਾ ਨਹੀਂ ਹੋਇਆ ਉਹਦੇ ਲਈ ਰਾਤਾਂ ਨੂੰ ਜਾਗਣਾ ਵੀ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਔਰ ਦੌੜਨਾ ਪੈਂਦਾ ਔਰ ਸਿੱਖਣਾ ਪੈਂਦਾ ਜੀ ਔਰ ਕਹਾਂ ਕਿ ਲੋਕਾਂ ਦੇ ਕੰਮ ਵੀ ਆਉਣਾ ਪੈਂਦਾ ਔਰ ਇੱਕ ਟੀਮ ਨੂੰ ਨਾਲ ਜੋੜ ਕੇ ਰੱਖਣਾ ਇਕੱਲਾ ਪੈਸੇ ਨਾਲ ਕੋਈ ਨਾਲ ਨਹੀਂ ਜੁੜਦਾ ਜੀ ਲੋਕਾਂ ਨੂੰ ਤੁਸੀਂ ਉਹਦਾ ਬਣਦੀ ਜਗ੍ਹਾ ਬਣਦੀ ਇੱਜ਼ਤ ਔਰ ਬਣਦਾ ਸਨਮਾਨ ਉਹਨਾਂ ਨੂੰ ਤੁਸੀਂ ਦਿਓਗੇ ਬਣਦਾ ਪੈਸਾ ਉਹਨਾਂ ਨੂੰ ਦਿਓਗੇ ਉਹਨਾਂ ਦਾ ਧਿਆਨ ਰੱਖੋਗੇ ਔਰ ਉਹਨਾਂ ਦੇ ਜੋ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ 'ਚ ਤੁਸੀਂ ਮਦਦ ਕਰੋਗੇ ਤਾਂ ਹੀ ਤੁਹਾਡੇ ਨਾਲ ਲੋਕ ਜੁੜਨਗੇ ਜੀ ਬਹੁਤ ਬਹੁਤ ਧੰਨਵਾਦ ਸੁਖਜੀਤ ਤੁਸੀਂ ਗੱਲਬਾਤ ਕੀਤੀ ਬਹੁਤ ਸਾਰੇ ਫੰਡੇ ਕਲੀਅਰ ਕੀਤੇ ਜ਼ਿੰਦਗੀ ਦੇ ਸੋ ਬਾਈ ਪੁਖਰਾਜ ਵਾਲੇ ਪੁਖਰਾਜ ਦੀਆਂ ਚੀਜ਼ਾਂ ਤਾਂ ਆਪਾਂ ਅਕਸਰ ਇਸਤੇਮਾਲ ਕਰਦੇ ਹੈਗੇ ਪਰ ਬਾਈ ਨਾਲ ਗੱਲਬਾਤ ਪਹਿਲੀ ਵਾਰੀ ਕੀਤੀ ਹੈ ਉਮੀਦ ਕਰਦੇ ਤੁਹਾਨੂੰ ਇੰਟਰਵਿਊ ਬਹੁਤ ਕੁਝ ਸਿਖਾਏਗੀ ਆਪ ਤਾਂ ਕਾਮਯਾਬ ਹੋਏ ਹੀ ਨੇ ਹੁਣ ਹੋਰਾਂ ਨੂੰ ਕਾਮਯਾਬ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਉਮੀਦ ਕਰਦੇ ਹਾਂ ਕਿ ਰੱਬ ਇਹਨਾਂ ਦੀ ਮਿਹਨਤ ਨੂੰ ਜਾਂ ਇਹਨਾਂ ਦੇ ਸੁਪਨੇ ਨੂੰ ਭਾਗ ਲਾਵੇ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ